ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਆਡ ਦਾਮ ਕੋਸ਼ੀ ਪਰੋ ਹੋਇਓ ਲਾਖੀਨਾ ਬੁਨਣਾ ਤਰਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁੱਲਾ ਜੁਲਾਹਰੋ ਭਇਓ ਗੁਨੀਆਂ ਗਹੀਰਾ ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਣ ਨਾਈ ਬੁੱਤ ਕਾਰਿਆ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮਹਿ ਗਰਿਆ ਇਹ ਬਿਦ ਸੁਨ ਕੈ ਜਟ ਰੋ ਉਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧਰਨਾ ਬੜ ਭਾਗਾ ਮੇਲ ਲੈਹੋ ਦਇਆਲ ਟਹਿ ਪਏ ਦੁਆਰਿਆ ਰਖ ਲੇਵੋ ਦੀਨ ਦਿਆਲ ਭ੍ਰਮਤ ਬਹੁ ਹਾਰਿਆ ਭਗਤ ਵਛਲ ਤੇਰਾ ਬਿਰਦ ਹਰ ਪਤਤ ਉਧਾਰਿਆ ਤੁਝ ਬਿਨ ਨਾਹੀ ਕੋਏ ਬਿਨੋ ਮੋਹਿ ਸਾਰਿਆ ਕਰ ਗਹਿ ਲਹੋ ਦਇਆਲ ਸਾਗਰ ਸੰਸਾਰਿਆ ਗੁਰੂ ਨਾਨਕ ਵੰਗਤ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰ ਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਗੁਰੂ ਗ੍ਰੰਥ ਪੰਥ ਕੋ ਬੰਦ ਮੋਹ ਕੂਚਰੈ ਸ਼ਾਸਤਰ ਖਟ ਪਿੰਗ ਗਿਰਨ ਜੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਸ੍ਰੀ ਨਾਨਕ ਪ੍ਰਸ਼ੋਤਮੰ ਪਰੰਪਰਾ ਵਰਨਾਥ ਯੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ ਸ੍ਰੀ ਪਤ ਪ੍ਰਥਮ ਨਮਾਮ ਮਾਮ ਯੋਗੀ ਹਿਰਦੈ ਨਿਵਾਸ ਭੋਗੀ ਹਿਰਦੈ ਉਦਾਸ ਜੋ ਵੈ ਮਮ ਸਮਤ ਪ੍ਰਕਾਸ਼ ਸੋ ਕਹੁ ਟਲ ਗੁਰ ਸੇਵੀਐ ਅਹਨਸ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰੇ ਅਰਸੋ ਕੁਰਸੋ ਝਟੀਐ ਤੁਧ ਡਿਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਬੇਸਾਹੋ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਇਸਕੋ ਕਰਿਓ ਅਰਥ ਬਖਾਨ ਸੁਨੀਏ ਸਰੋਤਾ ਦੇ ਕਰ ਕਾਨ ਇਸਕੋ ਕਰਿਓ ਅਰਥ ਬਖਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਪਤਿਤ ਪਾਵਨ ਦੀਨ ਦਿਆਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਹਾਂਪੁਰਖਾਂ ਦੇ ਪਵਿੱਤਰ ਤਪ ਸਥਾਨ 'ਤੇ ਆਪ ਨਿੱਤ ਮਹਾਂਪੁਰਖਾਂ ਦੀ ਯਾਦ 'ਚ ਲੜੀਵਾਰ ਕਥਾ
ਸਰਵਨ ਕਰਦੇ ਆ ਰਹੇ ਹੋ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਈਮਨਾਬਾਦ ਬਾਬਤ ਭਵਿੱਖਬਾਣੀ ਕਰ ਰਹੇ ਆ। ਭਵਿੱਖਬਾਣੀ ਜੋ ਹੋਣੀ ਸੀ ਏਮਨਾਬਾਦ ਦੀ, ਆਪ ਜੀ ਨੇ ਪਿੱਛੇ ਸਰਵਨ ਕੀਤਾ ਹੈ। ਸਤਿਗੁਰੂ ਸਾਹਿਬ ਜੀ ਨੇ ਏਮਨਾਬਾਦ ਦੇ ਵਿੱਚ ਐਡਾ ਘੁੱਗ ਵਸਦਾ ਸੀਗਾ, ਲੰਗਰ ਪ੍ਰਸ਼ਾਦ ਲੈਣ ਵਾਸਤੇ ਮਰਦਾਨੇ ਨੂੰ, ਸੰਤਾਂ ਨੂੰ ਭੇਜਿਆ। ਇੱਥੇ ਸਤਿਗੁਰੂ ਸਾਹਿਬ ਜੀ ਦਾ ਸੇਵਕ ਪਰਮ ਮਿੱਤਰ ਕਿਹਾ, ਜਿਸ ਨੂੰ ਮਹਾਰਾਜ ਜੀ ਨੇ ਭਾਈ ਲਾਲੋ ਵਸਦਾ ਸੀ, ਉਹਨੂੰ ਲਿਆਉਣ ਬਾਬਤ ਵੀ ਆਖਿਆ। ਉਧਰ ਜਦੋਂ ਜਾ ਕਰਕੇ ਉਹਨਾਂ ਨੇ ਦੇਖਿਆ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਰਨ ਲੱਗੇ ਤਾਂ ਉਹਨਾਂ ਨੂੰ ਹਰ ਥਾਂ ਤੋਂ ਪ੍ਰਸ਼ਾਦੇ ਪਾਣੀ ਕੀ ਮਿਲਣਾ ਸੀ, ਕਿਉਂਕਿ ਜਣਾ ਖਣਾ ਹੀ ਰੋਟੀਆਂ ਖਵਾ ਦਊਗਾ। ਇਹ ਤਾਂ ਗੁਰੂ ਨਾਨਕ ਦਾ ਘਰ ਹੀ ਹੈ, ਜਿਹੜਾ ਰੋਟੀਆਂ ਕਿਸੇ ਨੂੰ ਕਹਿੰਦਾ ਧੱਕੇ ਨਹੀਂ ਮਾਰਦਾ, ਹਰੇਕ ਨੂੰ ਰੋਟੀਆਂ ਖਵਾਉਂਦਾ, ਨਹੀਂ ਤਾਂ ਕਿਹੜਾ ਰੋਟੀਆਂ ਖਵਾ ਦਊਗਾ। ਇੱਕ ਵਾਰੀ ਦੇਖ ਕੇ ਦੂਜੀ ਵਾਰ ਅਗਲਾ 100 ਕੁਛ ਬੋਲੂਗਾ। ਤਾਂ ਇਸ ਤਰ੍ਹਾਂ ਆਪ ਬੋਲਦੇ ਹਾਂ ਅਸੀਂ ਕਈਆਂ ਨੂੰ, ਜਿਹੜੇ ਉੱਦਾਂ ਹੀ ਤੁਰੇ ਫਿਰਦੇ ਆ ਵਿੱਚ, ਨਾ ਸੰਗਤ ਦਾ ਰੂਪ, ਨਾ ਸੰਗਤ, ਨਾ ਕੋਈ ਲੈਣ ਨਾ ਦੇਣ। ਨਾ ਜੇ ਪੁੱਛੋ ਉਰੇ 4 ਮਹਾਰਾਜ ਜੀ, ਮੈਂ ਕਿਹਾ ਹੋ ਗਏ, ਕਿਸੇ ਇੱਕ ਮਹਾਰਾਜ ਜੀ ਦਾ ਨਾਂ ਪਤਾ? ਕਹਿੰਦੇ ਨਾ, ਸਾਨੂੰ ਤਾਂ ਇੱਕ ਮਹਾਰਾਜ ਜੀ ਦਾ ਨਾਂ ਨਹੀਂ ਪਤਾ। ਮੈਂ ਕਿਹਾ ਕਮਾਲ ਦੀ ਗੱਲ ਹੈ। ਜੇ 2 ਦਿਨ ਬੰਦਾ ਕਿਸੇ ਦੇ ਘਰ ਇੱਕ ਦਿਨ ਚਲਿਆ ਜਾਵੇ, ਉਹਨੂੰ ਨਾਂ ਤਾਂ ਪਤਾ ਹੋ ਹੀ ਜਾਂਦਾ ਵੀ ਇਹਨਾਂ ਦਾ ਨਾਂ ਕੀ ਆ, ਕਿਹਦਾ ਘਰ ਆ। ਤੇ ਮੈਂ ਕਿਹਾ ਤੁਹਾਨੂੰ ਇੰਨਾ ਸਮਾਂ ਹੋ ਗਿਆ, ਤੁਹਾਨੂੰ ਕਿਸੇ ਮਹਾਰਾਜ ਜੀ ਦਾ ਨਾਂ ਹੀ ਨਹੀਂ ਪਤਾ ਵੀ ਕਿਹੜੇ ਮਹਾਰਾਜ ਜੀ ਪਹਿਲੇ ਹੋਏ, ਕਿਹੜੇ ਚੌਥੇ ਹੋਏ, ਕਿਹੜੇ ਹੁਣ 5ਵੇਂ ਨੇ। ਇਸ ਤਰ੍ਹਾਂ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ। ਜਦੋਂ ਜਾ ਕਰਕੇ ਇਹਨਾਂ ਨੇ ਲੰਗਰ ਪਾਣੀ ਦਾ ਪ੍ਰਬੰਧ ਕਰਨ ਲੱਗੇ, ਉਹ ਸਾਰੇ ਧੱਕੇ ਮਾਰਨ ਵਾਲੇ, ਧੱਕੇ ਕੀ ਕਹਿੰਦੇ, ਸ਼ਰਾਬ ਦੇ ਵਿੱਚ ਗੁੱਟ, ਸ਼ਰਾਬ ਕਬਾਬ ਪੀਤੀ ਖਾਧੀ ਵਾਲੇ, ਉਹਨਾਂ ਦਾ ਵਰਣਨ ਕੱਲ੍ਹ ਹੀ ਆਪ ਜੀ ਨੇ ਸਰਵਨ ਕੀਤਾ ਹੈ ਵੀ ਨਿੱਤ ਵਿਆਹ, ਨਿੱਤ ਖੁਸ਼ੀਆਂ ਕਿਹੜੇ, ਬੇਅੰਤ ਸੰਪਤੀ ਦੌਲਤ। ਪਰ ਫਿਰ ਮਹਾਰਾਜ ਜੀ ਨੇ ਕਿਹਾ ਕਿ ਕਰਤਾਰ ਨੂੰ ਭੁੱਲੇ ਹੋਏ ਹੋਣ ਕਰਕੇ ਇਹ ਸੰਪਤੀ ਦੌਲਤ ਹੈ ਜਿਹੜੀ ਇਹਨਾਂ ਦੇ ਵਿਨਾਸ਼ ਦਾ ਕਾਰਨ ਬਣੇਗੀ। ਇਹ ਸੰਪਤੀ ਦੌਲਤ ਇਹਨਾਂ ਦੇ ਵਿਨਾਸ਼ ਦਾ ਕਾਰਨ ਬਣੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਫਿਰ ਮਰਦਾਨੇ ਦੀ ਹਾਲਤ ਦੇਖ ਕੇ, ਜਿਹਨੂੰ ਇੱਕ ਸ਼ਰਾਬੀ ਨੇ ਧੱਕਾ ਦੇ ਕੇ ਸਿੱਟ ਦਿੱਤਾ, ਤੇ ਮਹਾਰਾਜ ਜੀ ਕਹਿਣ ਲੱਗੇ ਫਿਰ ਐਸਾ ਨਗਰ ਨਹੀਂ ਇਹ ਰਹਿਣਾ ਚਾਹੀਦਾ, ਐਸੇ ਲੋਕ ਨਹੀਂ ਰਹਿਣੇ ਚਾਹੀਦੇ। ਤੈਨੂੰ ਧੱਕਾ ਮਾਰ ਕੇ ਸਿੱਟ ਦਿੱਤਾ। ਕਿਸੇ ਨੇ ਕਿਹਾ ਨਹੀਂ ਕਿ ਤੈਨੂੰ ਕਿਉਂ ਸਿੱਟ ਦਿੱਤਾ। ਕਹਿੰਦਾ ਜੀ ਕਿਸੇ ਨੇ ਨਹੀਂ ਕਿਹਾ, ਕਿਸੇ ਨੇ ਸਾਰੇ ਹੀ ਇੱਦਾਂ ਦੇ ਆ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਫਿਰ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਕਹਿੰਦੇ ਫਿਰ ਭਾਈ ਇਹ ਜਿਹੜਾ ਨਾ ਮੰਗਿਆ ਤਾਂ ਜਾ ਕੇ ਇਹਨਾਂ ਨੇ ਪ੍ਰਸ਼ਾਦਾ ਪਾਣੀ ਨਹੀਂ ਦਿੱਤਾ, ਹੁਣ ਇਹਨਾਂ ਨੂੰ ਕੁੱਟ-ਕੁੱਟ ਕੇ ਜਿਹੜਾ ਦਾਨ ਲੈਣ ਵਾਲਾ ਆ ਰਿਹਾ, ਬੰਨ ਕੇ ਇਹਨਾਂ ਨੂੰ ਨੂੜ ਕੇ ਤੇ ਇਹਨਾਂ ਨੂੰ ਕਹੇਗਾ ਜੋ ਵੀ ਤੁਹਾਡੇ ਕੋਲ ਹੈ ਮੈਨੂੰ ਦੇ ਦਿਓ। ਇਹਨਾਂ ਨੇ ਸਾਰਾ ਕੁਝ ਦੇ ਦੇਣਾ, ਉਹ ਫੇਰ ਵੀ ਉਹਨਾਂ ਨੇ ਇਹਨਾਂ ਨੂੰ ਕੁੱਟਣੋਂ ਨਹੀਂ ਹਟਣਾ। ਮਹਾਰਾਜ ਕਹਿੰਦੇ ਕੁੱਟਿਓ ਹੀ ਜਾਣਾ ਉਹਨਾਂ ਨੇ ਕਿ ਹੋਰ ਕੱਢੋ, ਹੋਰ ਕੱਢੋ। ਜਦੋਂ ਕਹਿਣਗੇ ਹੋਰ ਕੱਢੋ, ਹੋਰ ਕੱਢੋ, ਇਹਨਾਂ ਐਸੇ ਪਾਪੀਆਂ ਨੇ ਉਸ ਜਾਮ ਦੀ ਕੁੱਟ ਖਾਂਦਿਆਂ ਹੀ ਮਰ ਮੁੱਕ ਜਾਣਾ। ਐਸਾ ਇਹਨਾਂ ਨੂੰ ਜਿਹੜਾ ਮਹਾਰਾਜ ਜੀ ਕਹਿੰਦੇ ਡੰਨ ਮਿਲਣਾ ਹੈ। ਆਓ ਸੁਰਤੀ ਬਿਰਤੀ ਇਕਾਗਰ ਕਰੋ। ਇੱਥੇ ਲਿਆ ਕੇ ਸਮਾਪਤ ਕਰਤਾ। ਖੂਨ ਕੇ ਸੋਹਲੇ ਗਾਵੀਐ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ। ਕਹਿੰਦੇ ਹੁਣ ਸੈਦਪੁਰ ਏਮਨਾਬਾਦ ਦੇ ਵਿੱਚ ਖੂਨ ਦੇ ਹੀ ਗੀਤ ਗਾਏ ਜਾਣਗੇ, ਭਾਵ ਵੈਣ ਹੀ ਪੈਣਗੇ। ਜਿਹੜਾ ਕੋਈ ਬਚ ਗਿਆ ਬਸ ਉਹ ਰੋਊਗਾ ਹੀ। ਕੋਈ ਕਹੂਗਾ ਮੇਰਾ ਆਹ ਮਾਰਿਆ ਗਿਆ, ਕੋਈ ਕਹੂਗਾ ਮੇਰਾ ਉਹ ਮਾਰਿਆ ਗਿਆ। ਤੇ ਮਹਾਰਾਜ ਕਹਿੰਦੇ ਕੋਈ ਹੁਣ ਸੁੱਕੀ ਗਿੱਲੀ ਇੱਥੇ ਕਿਸੇ ਨੇ ਨਹੀਂ ਦੇਖਣੀ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਜਿਹੜਾ ਕੇਸਰ ਹੈ ਨਾ, ਇਸ ਜੰਜ ਦੇ ਵਿੱਚ, ਵਿਆਹ ਦੇ ਵਿੱਚ ਕੇਸਰ ਛਿੜਕਦੇ ਨਾ ਆਤਰ ਫਲੇਲ, ਕਹਿੰਦੇ ਉਹ ਕੇਸਰ ਹੈ ਜਿਹੜਾ ਇਸ ਪਾਪ ਦੀ ਜੰਜ ਦੇ ਵਿੱਚ ਖੂਨ ਦਾ ਹੀ ਛਿੜਕਿਆ ਜਾਣਾ ਹੈ। ਕਿਉਂਕਿ ਜੰਜ ਪਾਪ ਦੀ ਹੈ। ਜੇ ਤਾਂ ਜੰਜ ਹੁੰਦੀ ਕੋਈ ਸਦਗਤੀ ਵਾਲਿਆਂ ਦੀ
ਫਿਰ ਤਾਂ ਉੱਥੇ ਕੋਈ ਅਤਰ ਛਿੜਕਦਾ, ਕੋਈ ਉੱਥੇ ਹੋਰ ਛਿੜਕਦਾ, ਕੋਈ ਹੋਰ ਗੱਲਬਾਤ ਕਰਦੇ। ਪਰ ਜਦੋਂ ਜਾਂਜੀ ਹੁਣ ਪਾਪ ਦੀ ਸੀ ਤੇ ਪਾਪੀਆਂ ਦੀ ਸੀ, ਤਾਂ ਉੱਥੇ ਫਿਰ ਖੂਨ ਦਾ ਹੀ ਅਤਰ ਛਿੜਕਿਆ ਜਾਣਾ ਸੀ, ਖੂਨ ਦਾ ਹੀ ਕੇਸਰ ਛਿੜਕਿਆ ਜਾਣਾ ਸੀ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਬਦੀ ਤੇ ਉਹਨਾਂ ਦੇ ਕਰਮਾਂ ਦੇ ਹਾਲ ਦਾ ਰਿਜ਼ਲਟ ਇੱਥੇ ਦੇ ਦਿੱਤਾ, ਤੇ ਅੱਗੇ ਵੀ ਦਿੰਦੇ ਆ। ਆਓ ਕੀ ਹੋਣੀ ਹੁੰਦੀ ਆ ਇਹਨਾਂ ਦੇ ਨਾਲ, ਵਿਚਾਰਿਆਂ ਦੇ ਨਾਲ, ਜਿਨ੍ਹਾਂ ਨੇ ਨਾ ਕਿਸੇ ਸੰਤ ਨੂੰ ਪਛਾਣਿਆ ਤੇ ਆਪਣੀ ਹੰਕਾਰ ਦੇ ਵਿੱਚ, ਆਪਦੇ ਹੀ ਮਨਮੱਤੀ ਰਾਹ ਦੇ ਵਿੱਚ, ਤੇ ਕਹਿੰਦੇ ਇਹਨਾਂ ਨੇ ਜਿਹੜਾ ਏਮਨਾਬਾਦ ਤੇ ਕਬਜ਼ਾ ਕੀਤਾ ਹੋਇਆ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇਹਨਾਂ ਦੇ ਪੀਰਾਂ ਦਾ ਵਰਣਨ ਵੀ ਕਰਦੇ ਆ। ਕੋਟੀ ਹੋ ਪੀਰ ਵਰਜਰ ਹਾਏ, ਜਾਂ ਮੀਰ ਸੁਣਿਆ ਧਾਇਆ। ਅਕਬਰ ਦਾ, ਬਾਬਰ ਦਾ ਇੱਕ ਖਿਤਾਬ ਮੀਰ ਹੈ। ਮੀਰ ਨਾਮ ਹੈ ਉੱਚੇ ਦਾ, ਗਿਆਨਵਾਨ ਦਾ। ਮੀਰ ਨਾਮ ਹੈ ਮੁੱਖ ਪ੍ਰਬੰਧਕ ਦਾ, ਉਹਦਾ ਇੱਕ ਖਿਤਾਬ ਮੀਰ ਹੈ। ਕਹਿੰਦੇ ਜਦੋਂ ਪਤਾ ਲੱਗਾ ਨਾ ਇਹਨਾਂ ਨੂੰ, ਉਹ 15-20 ਮੀਲ 25 ਮੀਲ ਰਹਿ ਗਿਆ ਏਮਨਾਬਾਦ ਤੋਂ, ਇਹਨਾਂ ਨੂੰ ਜਸੂਸਾਂ ਨੇ ਦੱਸਤਾ ਕਿ ਹਮਲਾ ਤਾਂ ਹੋ ਗਿਆ, ਉਹ ਤਾਂ ਸਵੇਰ ਤੱਕ ਜਾਂ ਕੱਲ੍ਹ ਸ਼ਾਮ ਤੱਕ ਇੱਥੇ ਸਰ ਕਰ ਲਊਗਾ, ਇੱਥੇ ਹੱਲਾ ਹੋ ਜਾਣਾ ਸਵੇਰ ਤੱਕ ਜਾਂ ਕੱਲ੍ਹ ਸ਼ਾਮ ਤੱਕ। ਜਦੋਂ ਇੱਦਾਂ ਉਹਨਾਂ ਨੇ ਆ ਕਰਕੇ ਇਹਨਾਂ ਨੂੰ ਸਾਰੀ CID ਰਿਪੋਰਟ ਕਰਤੀ, ਤੇ ਇਹਨਾਂ ਦੇ ਜਿਹੜੇ ਪੀਰ ਸਨ, ਕਾਜੀ ਸਨ, ਤੇ ਉਹ ਕਹਿੰਦੇ ਅਸੀਂ ਤਾਂ ਮੰਤਰਾਂ ਨਾਲ ਹੀ ਭਸਮ ਕਰ ਦਿਆਂਗੇ, ਅਸੀਂ ਆਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ। ਤਾਂ ਉਹ ਕਹਿਣ ਲੱਗੇ ਕਿਲਿਆਂ ਦੇ ਵਿੱਚ ਵੜ ਕਰਕੇ ਬਹਿ ਜਾਓ। ਕਿਲਿਆਂ ਦੇ ਵਿੱਚ ਵੜ ਕਰਕੇ ਬਹਿ ਗਏ। ਏਮਨਾਬਾਦ ਦੇ ਵਿੱਚ 8 ਕਿਲੇ ਸਨ, ਐਡਾ ਵੱਡਾ ਸੀ। ਕਿਲਿਆਂ ਦੇ ਵਿੱਚ ਵੜ ਕਰਕੇ ਅਨੇਕ ਪ੍ਰਕਾਰ ਦੇ ਮੰਤਰ ਕਲਮੇ ਉਹਨਾਂ ਨੇ ਫੂਕੇ, ਪਰ ਕਿਸੇ ਪ੍ਰਕਾਰ ਨਾਲ ਵੀ ਉਹ ਬਚਾ ਨਾ ਕਰ ਸਕੇ। ਕੋਈ ਮੁਗਲ ਅੰਨਾ ਨਹੀਂ ਹੋਇਆ। ਕਹਿੰਦੇ ਸਨ ਮੰਤਰਾਂ ਨਾਲ ਹੀ ਅੰਨੇ ਕਰ ਦਿਆਂਗੇ, ਇੱਧਰ ਆ ਨਹੀਂ ਸਕਣਗੇ। ਕਹਿੰਦੇ ਕਿਸੇ ਦੀ ਕੋਈ ਤਾਕਤ ਨਹੀਂ ਚੱਲੀ। ਕਿਉਂ? ਜਦੋਂ ਰੱਬ ਦੇ ਨਾਲ ਤਾਂ ਵਿਗਾੜ ਲਈ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਤਾਂ ਕੋਈ ਸਤਿਕਾਰ ਨਹੀਂ ਕੀਤਾ, ਤੇ ਫਿਰ ਉਹਨਾਂ ਦੀ ਕਿਹੜੀ ਸ਼ਕਤੀ ਚੱਲਣੀ ਸੀ? ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਤਿਕਾਰ ਰੱਖਦੇ ਤੇ ਫਿਰ ਕੀ ਪਤਾ ਉਹਨਾਂ ਦੀਆਂ ਸਾਰੀਆਂ ਹੀ ਸ਼ਕਤੀਆਂ ਚੱਲ ਜਾਂਦੀਆਂ। ਮਹਾਰਾਜ ਤਾਂ ਕਾਠ ਦੀਆਂ ਤੋਪਾਂ ਚਲਾ ਦਿੰਦੇ ਆ, ਕਾਠ ਦੀਆਂ ਬੰਦੂਕਾਂ ਬਣਾ ਕੇ, ਲੱਕੜ ਦੀਆਂ ਬੰਦੂਕਾਂ ਬਣਾ ਕੇ ਚਲਾ ਦਿੰਦੇ ਆ। ਫਿਰ ਕੀ ਪਤਾ ਉਹਨਾਂ ਦਾ ਬਚਾਅ ਹੀ ਹੋ ਜਾਂਦਾ। ਪਰ ਬਚਾਅ ਉਹਨਾਂ ਨੇ ਆਪਦੇ ਕਰਵਾਉਣ ਵਾਲਾ ਕੋਈ ਕੰਮ ਨਹੀਂ ਕੀਤਾ, ਇਸ ਕਰਕੇ ਉਹਨਾਂ ਦਾ ਕੀ ਬਚਾਅ ਹੋਣਾ ਸੀ। ਆਓ ਸਤਿਗੁਰੂ ਸਾਹਿਬ ਜੀ ਕਿਰਪਾ ਕਰਦੇ ਹਨ। ਇਹ ਸ਼ਬਦ ਦਾ ਅਰਥ ਪਹਿਲਾਂ ਤਾਂ ਕਵੀ ਸਾਹਿਬ ਜੀ ਟੀਕਾ ਕਰਦੇ ਆ, ਸਰਵਣ ਕਰੋ। ਜਿਹੜਾ ਆਪਾਂ ਕੱਲ ਸਰਵਣ ਕੀਤਾ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਹਦਾ ਅੱਗੇ ਟੀਕਾ ਕਰਦੇ ਹਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਇਸਕੋ ਕਰਿਓ ਅਰਥ ਬਖਾਨ। ਪ੍ਰੇਮ ਸਹਿਤ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਇਹ ਸ਼ਬਦ ਤਲੰਗ ਰਾਗ ਮਹੱਲੇ ਪਹਿਲੇ ਦਾ ਅੱਗੇ ਅਰਥ ਕਰਦੇ ਆ, ਹੁਣ ਉਹ ਸੁਣਨਾ ਕਰੋ। ਸੁਣੀਏ ਸਰੋਤਾ ਦੇ ਕਰ ਕਾਨ। ਕੰਨ ਦੇਣ ਤੋਂ ਭਾਵ ਹੁੰਦਾ ਧਿਆਨ ਦੇ ਕੇ ਸੁਰਤੀ ਕਰਕੇ ਸੁਣਨਾ ਕਰੋ ਜੀ। ਲਾਲੋ ਸੋ ਗੁਰ ਗਿਰਾ ਅਲਾਏ। ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਆਖਣਾ ਕੀਤਾ ਨਾ ਉੱਪਰ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ ਸ਼ਬਦ ਉਚਾਰਿਆ ਹੈ। ਐਸੇ ਨਹਿ ਮਨ ਮਹਿ ਤੂੰ ਲਿਆਏ। ਫਟਾਫਟ ਪੜੀ ਚੱਲੋ ਚਾਲ ਬਣਾ ਕੇ। ਐਸੇ ਨਹਿ ਪੂਰਾ ਪ੍ਰਸੰਗ ਕਰ ਦਈਏ। ਐਸੇ ਨਹਿ ਮਨ ਮੈਂ ਤੂੰ ਲਿਆਏ। ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਿ ਤੂੰ ਮਨ ਦੇ ਵਿੱਚ ਇਸ ਤਰ੍ਹਾਂ ਨਾ ਲਿਆ। ਇਹ ਗੱਲ ਨਾ ਭਾਈ ਲਾਲੋ ਕਿਤੇ ਸੋਚੀਏ। ਇਸ ਸ਼ਬਦ ਨੂੰ ਸੁਣ ਕਰਕੇ, ਸਾਡੀ ਗੱਲ ਨੂੰ ਸੁਣ ਕਰਕੇ ਮਹਾਰਾਜ ਕਹਿੰਦੇ ਲਿਖਦੇ ਹਨ, ਸ਼ਰਾਪ ਦੇਤ ਰੋਸ ਮਨ ਕੀਨੋ। ਕਿ ਸ਼ਰਾਪ ਦੇ ਦਿੱਤਾ ਜਾਂ ਗੁੱਸੇ ਦੇ ਵਿੱਚ ਆ ਗਏ ਹਨ। ਸਾਹਿਬ ਕੀ ਆਇਸ ਹੀ ਚੀਨੋ। ਇਹ ਅਸੀਂ ਸ਼ਰਾਪ ਨਹੀਂ ਦਿੱਤਾ, ਅਸੀਂ ਗੁੱਸੇ 'ਚ ਨਹੀਂ ਆਏ। ਸਾਹਿਬ ਮਾਲਕ ਦੀ ਆਗਿਆ ਹੈ। ਜੋ ਮਾਲਕ ਦੀ ਆਗਿਆ ਹੈ ਨਾ, ਉਹ ਲਾਲੋ ਜਿਹੜੀ ਆਖਣਾ ਕੀਤੀ ਆ, ਭਾਈ ਸਾਹਿਬ ਜੀ ਲਿਖਦੇ ਕਹਿੰਦੇ ਉਹ ਦੱਸਣਾ ਕੀਤੀ ਆ ਜੋ ਮਾਲਕ ਦਾ ਹੁਕਮ ਹੋਣਾ ਹੈ। ਜੋ ਵਾਹਿਗੁਰੂ ਕਰਤ ਰਜਾਈ। ਕਹਿੰਦੇ ਜਿਵੇਂ ਵਾਹਿਗੁਰੂ ਜੀ ਕਿਰਪਾ ਕਰਦੇ ਹਨ ਨਾ ਪਰਮਾਤਮਾ ਆਪਣੀ ਮੌਜ ਦੇ ਵਿੱਚ, ਤੈਸੇ ਹੀ ਮੈਂ ਕਹਿਤ ਬਣਾਈ। ਮੈਂ ਉਵੇਂ ਹੀ ਜਿਹੜੀ ਬਣਾ ਕਰਕੇ ਨਾ ਦੱਸਦਾ ਹਾਂ,
ਉਵੇਂ ਹੀ ਜਿਹੜੀ ਮੈਂ ਗੱਲ ਕਹਿੰਦਾ ਹਾਂ, ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਭਾਈ ਸਾਹਿਬ ਜੀ ਲਿਖਦੇ ਹਨ, ਇਹਦੇ 'ਚ ਮੈਂ ਨਹੀਂ ਕੁਛ ਕਿਹਾ ਕਿ ਪਾਪ ਕੀ ਜੰਜ ਲੈ ਕਾਬਲੋ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ, ਫਿਰ ਖੂਨ ਕੇ ਸੋਲੇ ਗਾਵੀਐ, ਨਾਨਕ ਰਤ ਕਾ ਕੁੰਗੂ ਪਾਏ ਵੇ ਲਾਲੋ। ਇਹ ਬਹੁਤ ਕਰੜੇ ਬਚਨ ਆਖਤੇ ਨਾ, ਤਾਂ ਲਾਲੋ ਦੇ ਮਨ 'ਚ ਵੀ ਇਹ ਤਾਂ ਸ਼ਰਾਪ ਦੇ ਦਿੱਤਾ। ਮਾਰੇ ਭਾਈ ਸਾਹਿਬ ਜੀ ਲਿਖਦੇ, ਕਹਿੰਦੇ ਸ਼ਰਾਪ ਨਹੀਂ ਦਿੱਤਾ, ਇਹ ਭਵਿੱਖ ਵਿਚਾਰ ਕਰਕੇ ਇਹਨਾਂ ਦੇ ਕਰਮਾਂ ਦੀ ਕਰਤੂਤ ਦਾ ਫਲ ਹੀ ਜਿਹੜਾ ਦੇਣਾ ਕੀਤਾ ਉਹ ਇਹਨਾਂ ਨੂੰ ਮਿਲਿਆ ਹੈ, ਸ਼ਰਾਪ ਨਹੀਂ ਦਿੱਤਾ ਹੈ। ਇਹ ਸ਼ਰਾਪ ਨਹੀਂ ਦਿੱਤਾ, ਉਸੇ ਤਰ੍ਹਾਂ ਜਿਵੇਂ ਪ੍ਰਮਾਤਮਾ ਦਾ ਹੁਕਮ ਹੋਇਆ ਹੋਣੀ ਤੋਂ, ਉਸ ਤਰ੍ਹਾਂ ਹੀ ਆਖਿਆ ਹੈ। ਲੋਚਨ ਇਹ ਪਾਪ ਜੋ ਕੀਨੰ, ਇਹ ਜਿਹੜਾ ਲੋਕਨ ਨਾਮ ਇਹਨਾਂ ਲੋਕਾਂ ਨੇ ਜਿਹੜੇ ਪਾਪ ਕੀਤੇ ਆ ਇੱਥੇ, ਜਿਨ੍ਹਾਂ ਦਾ ਕੱਲ ਵੀ ਵਰਤਾਰਾ ਦਿੱਤਾ ਕਿ ਸਾਰੇ ਰੰਗ ਰਲੀਆਂ ਦੇ ਵਿੱਚ ਸ਼ਰਾਬਾਂ ਪੀਣ ਦੇ ਵਿੱਚ ਹੀ ਮਦਮਸਤ ਹਨ, ਸੋ ਕਾਬਲ ਮੈਂ ਤਨ ਧਰ ਲੀਨੰ। ਉਹ ਇਹਨਾਂ ਦੇ ਕੀਤੇ ਹੋਏ ਲੋਕਾਂ ਦੇ ਏਮਨਾਬਾਦਿਆਂ ਦੇ ਪਾਪਾਂ ਨੇ ਕਾਬਲ ਦੇ ਵਿੱਚ ਸਰੀਰ ਧਾਰਨਾ ਕੀਤਾ, ਕਿਉਂਕਿ ਕੀਤੇ ਕਰਮਾਂ ਨੇ ਕਿਤੇ ਤਾਂ ਹਰੇ ਹੋਣਾ ਹੀ ਆ, ਕੋਈ ਫਲ ਤਾਂ ਉਹ ਦੇਣਗੇ ਹੀ। ਉਹ ਜਿਹੜਾ ਫਲ ਦੇਣ ਵਾਸਤੇ ਇਹਨਾਂ ਏਮਨਾਬਾਦੀਆਂ ਸੈਦਪੁਰੀਆਂ ਦੇ ਕੁਕਰਮਾਂ ਦਾ, ਭਾਈ ਸਾਹਿਬ ਲਿਖਦੇ, ਸਤਿਗੁਰੂ ਸਾਹਿਬ ਜੀ ਕਹਿੰਦੇ, ਭਾਈ ਲਾਲੋ ਹੇ ਬਾਲਿਆ ਮਰਦਾਨਿਆ, ਕਾਬਲ ਦੇ ਵਿੱਚ ਭਾਵ ਕੇ ਬਾਬਰ ਰੂਪ ਹੋ ਕਰਕੇ ਉਹਨੇ ਜਨਮ ਲੈਣਾ ਕੀਤਾ ਹੈ। ਇਹਨਾਂ ਦੇ ਕਰਮਾਂ ਦਾ ਦੰਡ ਭੁਗਤਾਉਣ ਵਾਸਤੇ ਕਹਿ ਲਓ, ਇਹਨਾਂ ਦੇ ਕਰਮਾਂ ਨੇ ਕਹਿ ਲਓ, ਜਿਵੇਂ ਮਰਜ਼ੀ ਸਮਝ ਲਓ, ਕਹਿੰਦੇ ਉਹਨੇ ਜਿਹੜਾ ਕਾਬਲ ਦੇ ਵਿੱਚ ਜਨਮ ਲਿਆ ਹੈ। ਅਗ ਕੋ ਫਲ ਦੁਖ ਦੇਹ ਕਨੇਰਾ, ਇਸ ਕਰਕੇ ਇਹਨਾਂ ਦੇ ਅਗ ਪਾਪਾਂ ਦਾ ਜਿਹੜਾ ਹੈ ਇਹਨਾਂ ਨੂੰ ਵੱਡਾ ਭਾਰੀ ਦੁੱਖ ਪ੍ਰਾਪਤ ਹੋਣ ਵਾਲਾ ਹੈ, ਉਹ ਸਮਾਂ ਆ ਗਿਆ। ਬਿਨ ਦੀਨੇ ਨੇ ਹੋਏ ਨਿਬੇਰਾ, ਮਹਾਰਾਜ ਜੀ ਕਹਿੰਦੇ ਪਾਪਾਂ ਦਾ ਕਰਮਾਂ ਦਾ ਫਲ ਦਿੱਤੇ ਬਗੈਰ ਨਵੇੜਾ ਨਹੀਂ ਹੋਣਾ, ਨਵੇੜਾ ਮੁੱਕਣਾ ਨਹੀਂ ਹੈ। ਦੋਰ ਮੁਗਲ ਰੂਪ ਤਰ ਆਵਈ, ਮੰਗੈ ਬਲ ਸੋ ਦਾਨ। ਇਹ ਉੱਪਰ ਹੀ ਸ਼ਬਦ ਉਚਾਰਿਆ ਨਾ, ਕਾਬਲੋਂ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ, ਦੇ ਟੀਕੇ 'ਚ ਹੀ ਇੱਥੇ ਵਿਖਿਆਨ ਦਿੰਦੇ ਆ। ਮੁਗਲ ਦਾ ਰੂਪ ਧਾਰਿਆ, ਇਹ ਸਨ ਪਠਾਨ ਖਾਨ ਤੇ ਉਹ ਸਨ ਬਾਬਰ ਹੋਣੀ ਮੁਗਲ। ਜਿਹੜਾ ਸਿਕੰਦਰ ਲੋਧੀ ਆਦ ਦੌਲਤ ਖਾਨ ਲੋਧੀ, ਇਹ ਸਨ ਸਾਧ ਸੰਗਤ ਜੀ ਪਠਾਨਾਂ ਦਾ ਰਾਜ ਸੀ ਪਹਿਲਾਂ, ਤੇ ਫਿਰ ਇਹ ਮੁਗਲਾਂ ਦਾ ਰਾਜ ਬਾਬਰ ਤੋਂ ਹੋ ਕੇ ਔਰੰਗਜ਼ੇਬ ਤੱਕ ਰਿਹਾ। ਜਿਵੇਂ ਸੋਢੀਆਂ ਦਾ 7 ਪਾਤਸ਼ਾਹੀਆਂ ਮਹਾਰਾਜ, ਉਹ ਤਾਂ ਪਰ ਕਿੱਥੇ ਮੁਕਾਬਲਾ ਕਰਦੇ ਆ, ਪਰ ਇਸ ਤਰ੍ਹਾਂ ਇਹਨਾਂ ਦੀਆਂ ਫਿਰ ਅੱਗੇ ਮੁਗਲਾਂ ਦੀਆਂ 7 ਗੱਦੀਆਂ ਰਾਜਨੀਤਿਕ ਸਤਲ ਤੇ ਰਹੀਆਂ। ਧਾਰਮਿਕ ਨੀਤੀ ਦਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਰਾਜਨੀਤਿਕ ਸਤਲ ਤੇ ਇਹਨਾਂ ਦੀਆਂ 7 ਜਿਹੜੀਆਂ ਕੁਰਸੀਆਂ ਰਹੀਆਂ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮੁਗਲ ਦਾ ਰੂਪ ਧਾਰਨ ਕੀਤਾ। ਮੁਗਲ ਕੌਣ? ਬਾਬਰ ਦਾ ਰੂਪ। ਜੋਰੀ ਆ ਕਰਕੇ ਦਾਨ ਹੈ ਜਿਹੜਾ ਨਾ ਬਲ ਦੇ ਨਾਲ ਇਹਨਾਂ ਨੂੰ ਬੰਨ੍ਹ ਕਰਕੇ ਮੰਗੇਗਾ। ਜਿਹੜੇ ਕਿਸੇ ਸਾਧ ਸੰਤ ਦੀ ਸੇਵਾ ਨਹੀਂ ਕਰਦੇ, ਕਿਸੇ ਦੀ ਗੱਲ ਨਹੀਂ ਸੁਣਦੇ, ਰੱਬ ਦਾ ਨਾਂ ਨਹੀਂ ਲੈਣਾ, ਨਾ ਚੜ੍ਹੀ ਦੀ, ਨਾ ਲੱਥੀ ਦੀ, ਨਾ ਆਥਣ ਦੀ, ਨਾ ਸਵੇਰ ਦੀ, ਨਾ ਦੇਖਣਾ ਦੁਪਹਿਰ ਦੇ 12 ਵੱਜ ਗਏ, ਨਾ ਦੇਖਣਾ ਹੁਣ ਸੰਧਿਆ ਦਾ ਵੇਲਾ ਆਥਣ ਦੇ 6 ਵਜੇ ਆ, ਨਾ ਦੇਖਣਾ ਸਵੇਰ ਦੇ 5 ਵਜੇ ਆ ਕਿ 4 ਵਜੇ ਆ। ਜਦੋਂ ਦੇਖੋ ਨਸ਼ੇ ਪੱਤੇ, ਜਦੋਂ ਦੇਖੋ ਪੁੱਠੇ ਕੰਮ। ਕਹਿੰਦੇ ਇਹਨਾਂ ਦੇ ਜਿਹੜੇ ਇਹਨਾਂ ਕਰਮਾਂ ਕਰਕੇ ਹੀ ਇਹਨਾਂ ਨੂੰ ਜਿਹੜਾ ਫਲ ਹੈ ਉਹ ਮਿਲਣਾ ਹੈ। ਤੇ ਇਹਨਾਂ ਤੋਂ ਜਿਹੜਾ ਜੋਰੀ ਦਾਨ ਮੰਗਿਆ ਜਾਣਾ, ਵਸੂਲੀਆਂ ਕਰਾਈਆਂ ਜਾਣੀਆਂ ਇਹਨਾਂ ਦੇ ਕੋਲੋਂ। ਜੋਰੀ ਭਾਵ ਦਾਨ ਮੰਗਣ ਤੋਂ, ਦਾਨ ਤਾਂ ਕਿਹੜਾ ਦੇਣਾ ਸੀ ਇਹਨਾਂ ਨੇ, ਕਹਿੰਦੇ ਜੋਰੀ ਬੰਨ ਕੇ ਵਸੂਲੀਆਂ ਕਰਾਈਆਂ ਜਾਣੀਆਂ ਹਨ। ਸਰਨ ਧਰਮ ਕਦ ਕਾਲ ਮਹਿ ਭਈ ਸਰਬ ਕੀ ਹਾਨ। ਕਿਉਂਕਿ ਸਾਰਿਆਂ ਦੇ ਮਨ ਦੀ, ਬੁੱਧ ਦੀ ਤੇ ਇਹ ਜਿਹੜੀ ਸ਼ਰਮ ਧਰਮ ਗਵਾਉਣੇ ਕਰਕੇ ਕਲਯੁਗ ਦੇ ਸਮੇਂ ਦੇ ਵਿੱਚ ਹਾਨੀ ਹੋ ਗਈ ਆ। ਮਹਾਰਾਜ ਜੀ ਕਹਿੰਦੇ ਸਾਰਿਆਂ ਦਾ ਪਤਨ ਹੋ ਗਿਆ ਹੈ। ਉਹ ਪਤਨ ਹੋਣੇ ਕਾਰਨ ਫਿਰ ਉਹੋ ਜਿਹੇ ਕਰਮਾਂ ਦਾ ਫਲ ਇਹਨਾਂ ਨੂੰ ਐਸਾ ਭੁਗਤਣਾ ਪੈਣਾ ਹੈ। ਚੌਪਈ ਮੰਤਰੀ ਫਿਰਹਿ ਕੂਰ ਅਬ ਹੋਈ। ਮਹਾਰਾਜ ਕਹਿੰਦੇ ਮੰਤਰੀ ਫਿਰਹਿ ਕੂਰ ਅਬ ਹੋਈ। ਜਿਹੜੇ ਮੰਤਰੀ ਹਨ ਇਹਨਾਂ ਦੀ ਵਜ਼ਾਰਤ ਦੇ, ਤੇ ਉਹ ਸਾਰੇ ਜਿਹੜੇ ਝੂਠੇ ਹਨ। ਪੁਨ ਕਾਜੀ ਦਿਜਵਰ ਹੈ ਜੋਈ। ਤੇ ਫੇਰ ਜਿਹੜੇ ਕਾਜੀ ਹਨ ਤੇ ਵੱਡੇ ਵੱਡੇ ਦਿਜਵਰ ਪੰਡਤ ਹਨ, ਜਿਹੜੇ ਸਾਰੇ ਦੇ ਸਾਰੇ, ਤਿਨ ਕੋ ਕਹਿਓ ਨਾ ਮੰਨੇ ਕੋਈ। ਉਹਨਾਂ ਦਾ ਵੀ ਕਿਹਾ ਕੋਈ ਨਹੀਂ। ਮਹਾਰਾਜ ਜੀ ਕਹਿੰਦੇ ਮੰਨਦਾ, ਉਹਨਾਂ ਦਾ ਕਿਹਾ ਤਾਂ ਮੰਨਣ ਜੇ ਉਹ ਸਹੀ ਹੋਣ। ਕਹਿੰਦੇ ਕੋਈ ਸਹੀ ਨਹੀਂ ਰਿਹਾ ਇਸ ਸੰਸਾਰ ਦੇ ਵਿੱਚ। ਸਾਰੀ ਆਪੋ ਧਾਪੀ ਦੁਨੀਆ ਹੋ ਗਈ। ਵੱਡੇ ਪਦਾਂ ਵਾਲੇ, ਵੱਡੇ ਅਹੁਦਿਆਂ ਵਾਲੇ, ਵੱਡੇ ਅਖਾਉਣ ਵਾਲੇ ਵੀ ਆਪਣੇ ਧਰਮ ਸਥਲ ਤੇ ਨਹੀਂ ਰਹੇ ਹਨ। ਕਾਜੀ ਮੁੱਲਾ, ਇਸੇ ਕਰਕੇ ਕਬੀਰ ਸਾਹਿਬ ਨੇ ਕਿਹਾ ਕਾਜੀ ਮੁੱਲਾ ਛਾਡੇ ਦਊ, ਪੰਡਤ ਮੁੱਲਾ ਛਾਡੇ ਦਊ, ਹਮਰਾ ਝਗੜਾ ਰਹਾ ਨਾ ਕਹੂ। ਤਾਂ ਹੀ ਉਹਨਾਂ ਨੂੰ ਕਹਿਣਾ ਪਿਆ ਨਾ, ਨਹੀਂ ਤੇ ਕਾਹਨੂੰ ਕਹਿਣਾ ਪੈਂਦਾ ਕਿ ਅਸੀਂ ਦੋਵੇਂ ਛੱਡ ਦਿੱਤੇ ਹਨ।
ਤਾਂ ਉਹੀ ਸਤਿਗੁਰੂ ਨਾਨਕ ਦੇਵ ਮਹਾਰਾਜ ਇੱਥੇ ਗੱਲ ਕਹਿੰਦੇ ਹਨ, ਕਾਜੀ ਮੁੱਲਾ ਜੋ ਲਿਖ ਦੀਆ, ਛੋੜ ਚੱਲੇ ਹਮ ਕਛੂ ਨਾ ਲੀਆ। ਕਹਿੰਦੇ ਇਹਨਾਂ ਦੀ ਜਿਹੜੀ ਕਰਨੀ ਹੈ ਉਹ ਵੀ ਅਚਲ ਵਿਚਲ ਹੋ ਚੁੱਕੀ ਹੈ। ਕਰੇ ਨਿਕਾਹ ਸਤਾਨੀ ਸੋਈ। ਜਿਵੇਂ ਸ਼ਬਦ ਚ ਕਿਹਾ ਉਸੇ ਦਾ ਟੀਕਾ ਕਰਦੇ। ਕਹਿੰਦੇ ਨਿਕਾਹ ਨੇ ਜਿਹੜੇ ਸ਼ੈਤਾਨ ਲੋਕ ਕਰਦੇ ਆ ਚਾਰ ਕੌਡਾਂ ਪਿੱਛੇ, ਨਾ ਉਮਰ ਦੇਖਦੇ ਆ, ਨਾ ਗੁਣ ਦੇਖਦੇ ਆ, ਨਾ ਖਾਨਦਾਨ ਦੇਖਦੇ ਆ, ਨਾ ਕੋਈ ਕੰਮਕਾਜ ਦੇਖਦੇ ਆ। ਐ ਊਠ ਦੇ ਗਲ ਬੱਕਰੀ ਬੰਨਣ ਵਾਲੀ ਗੱਲ ਕਰਦੇ ਆ। ਦਵਾ ਦਵਾ ਦੇ 4 ਰੁਪਏ ਦੇਣ ਨੂੰ ਚੱਕ ਕੇ ਵਿਆਹ ਦਾ ਸਰਟੀਫਿਕੇਟ ਕੱਟ ਕੇ ਦੇ ਦਿੰਦੇ ਆ। ਇਹੋ ਜਿਹੇ ਕਹਿੰਦੇ ਸ਼ੈਤਾਨੀ ਦੇ ਕੰਮ ਇਹ ਕਲਯੁਗ ਦੇ ਜਿਹੜੇ ਕਰਦੇ ਹਨ। ਅੰਗਨਾ ਸੁੰਦਰ ਦੇਖ ਲਵਾਈ। ਤੇ ਅੰਗਨਾ ਸੁੰਦਰ ਇਸਤਰੀਆਂ ਨੂੰ ਦੇਖ ਕਰਕੇ ਲੁਭਾਏ ਮਾਨ ਹੋ ਕਰਕੇ ਤੇ ਉਸ ਤੇ ਮਾਇਆ ਖਰਚਦੇ ਹਨ। ਤੇ ਜੇ ਨਹੀਂ ਮਾਇਆ ਨਾਲ ਕਾਬੂ ਆਉਂਦੀਆਂ ਤਾਂ ਫਿਰ ਧੱਕਾ ਜੋਰੀ ਕਰਦੇ ਆ, ਹੋਰ ਢੰਗ ਨਾਲ ਮਾਇਆ ਖਰਚ ਕੇ ਇਹ ਕੰਮ ਕਰਦੇ ਹਨ ਕਲਯੁਗੀ ਲੋਕ। ਬਲ ਸੋ ਭੋਗੇ ਹੈ ਲਹਿ ਮੰਗਾਈ। ਤੇ ਫਿਰ ਬਲ ਦੇ ਨਾਲ ਚਕਾ ਕਰਕੇ ਉਧਾਲ ਕੇ ਮਗਾ ਕੇ, ਤੇ ਆ ਦੇਖੋ ਕਿੰਨੇ ਅੱਜ ਵੀ ਬਲਾਤਕਾਰ ਤੇ ਕਿੰਨੇ ਭੈੜੇ ਕੰਮ ਸੰਸਾਰ 'ਚ ਹੋ ਰਹੇ। ਉਸ ਵੇਲੇ ਵੀ ਹੋ ਰਹੇ ਸਨ। ਏਮਨਾਬਾਦ ਦੀ ਹਾਲਤ ਮਹਾਰਾਜ ਦੱਸਦੇ ਆ। ਕਹਿੰਦੇ ਫਿਰ ਇਹਨਾਂ ਦਾ ਹਾਲ ਵੀ ਇਹੋ ਜਿਹਾ ਹੀ ਹੋਊਗਾ। ਉੱਤੋਂ ਬੰਬ ਵੀ ਵਸਣਗੇ, ਸ਼ਹਿਰਾਂ ਦੇ ਸ਼ਹਿਰ ਨਸ਼ਟ ਹੋ ਜਾਣਗੇ, ਅੱਗ ਦੇ ਵਿੱਚ ਮਚਾ ਦੇਣਗੇ, ਰਾਖ ਹੋ ਜਾਣਗੇ ਜੇ ਐਸੇ ਭੈੜੇ ਕਰਮ ਕਰਨੋਂ ਨਹੀਂ ਹਟਣਗੇ। ਕੁਛ ਵੀ ਨਹੀਂ। ਜਿਹੜੇ ਬੱਚਿਆਂ ਲਈ ਪਾਲਦੇ ਆ ਕਹਿੰਦੇ ਆ ਨਾ ਬੱਚਾ ਰਹੂਗਾ, ਨਾ ਪਿਓ ਰਹੂਗਾ, ਨਾ ਮਾਂ ਰਹੂਗੀ, ਸਾਰੇ ਫਸਤਾ ਫਨਾ ਹੋ ਜਾਊਗਾ ਫਿਰ ਜਦੋਂ ਭੈੜੇ ਕਰਮ ਹੀ ਕਰੀ ਜਾਣਗੇ। ਇਸ ਤਰ੍ਹਾਂ ਨਾਲ ਕਹਿੰਦੇ ਧੱਕੇ ਜੋਰੀ ਮਗਾ ਕਰਕੇ ਇਸਤਰੀਆਂ ਭੋਗਦੇ ਹਨ ਤੇ ਇਹਨਾਂ ਮਾੜੇ ਕੰਮਾਂ ਤੇ ਮਾਇਆ ਖਰਚਦੇ। ਕਹਿੰਦੇ ਹਰ ਕੇ ਅਰਥ ਖਰਚਣਾ ਸਕੈ, ਜਮਕਾਲ ਸਹਿ ਸਿਰ ਪੀੜਾ। ਹਰੀ ਪਰਮਾਤਮਾ ਦੀ ਅਰਥ ਸਤ ਸੰਗਤ ਵਾਸਤੇ। ਜੇ ਕਿਸੇ ਗੁਣੀ ਗਿਆਨੀ ਨੂੰ ਕਿਸੇ ਨੂੰ ਦੇਣਾ, ਕਹਿੰਦਾ ਮਸਾਂ 10 ਦਾ ਨੋਟ ਕੱਢੂ। ਜੇ ਗਾਉਣ ਵਾਲੀ ਲੱਗੀ ਹੋਵੇ 10,000 ਵੀ ਦੇ ਦੂ। ਇਹ ਕੀ ਪਤਾ ਪ੍ਰਬੰਧਕ 10 ਲੱਖ ਦੇ ਦੇਣ। ਇਸ ਤਰ੍ਹਾਂ ਦਾ ਇਹਨਾਂ ਦਾ ਜਿਹੜਾ ਹਾਲ ਹੈ। ਕਹਿੰਦੇ ਇਸ ਤਰ੍ਹਾਂ ਦੇ ਕੰਮ ਇਹ ਏਮਨਾਬਾਦ ਦੇ ਵਿੱਚ ਕਰਦੇ ਹਨ। ਪੜੇ ਕਤੇਬਾ ਮੁਸਲਮਾਨੀ। ਤੇ ਜ਼ਬਰਦਸਤੀ ਔਰਤਾਂ ਨੂੰ ਜਿਹੜਾ ਹਿੰਦੂ ਦੇ ਵਿੱਚ ਉਹ ਧਰਮ ਪਰਿਵਰਤਨ ਕਰਕੇ ਤੇ ਕਤੇਬਾਂ ਤੇ ਇਹ ਜਿਹੜਾ ਕੁਰਾਨ ਦਾ ਕਲਮਾ ਪੜਾ ਕੇ ਮੁਸਲਮਾਨੀਆਂ ਕਰਦੇ ਹਨ। ਕਹੇ ਖੁਦਾਏ ਸਰਬ ਮਹਿ ਜਾਨੀ। ਤੇ ਫੇਰ ਉਹ ਕਹਿੰਦੀਆਂ ਹਨ ਕਿ ਸਾਰਿਆਂ ਦੇ ਵਿੱਚ ਖੁਦਾ ਹੀ ਹੈ। ਜਦੋਂ ਜ਼ਬਰਦਸਤੀ ਕਹਿ ਕੇ ਕਹਾ ਲਿਆ ਤੇ ਆਪਦੀਆਂ ਜਿਹੜੀਆਂ ਤੁਰਕਾਨੀਆਂ ਹਨ ਕਹਿੰਦੇ ਉਹ ਵੀ ਇਹਨਾਂ ਤੋਂ ਸੰਭਾਲੀਆਂ ਨਹੀਂ ਜਾਂਦੀਆਂ ਤੇ ਲੁਭਾਏਮਾਨ ਹੋ ਕੇ ਰੂਪਾਂ ਤੇ ਫੇਰ ਹਿੰਦਵਾਣੀਆਂ ਨੂੰ ਲਿਆ ਕੇ ਮੁਸਲਮਾਨੀਆਂ ਕਰਕੇ ਕਹਾਉਂਦੇ ਆ ਕਿ ਸਾਰੇ ਖੁਦਾ ਇੱਕ ਹੀ ਹੈ। ਕਹਿੰਦੇ ਜਬਰ ਜਨਾਹ ਕਰਕੇ ਪਾਪ ਕਰਦੇ ਆ, ਇਹਨਾਂ ਨੂੰ ਦੰਡ ਮਿਲੇਗਾ। ਧਰਮ ਦੀ ਵੀ ਦੁਰਵਰਤੋਂ ਕਰਦੇ ਆ, ਇਹ ਕੁਰਾਨ ਦੀ ਵੀ ਦੁਰਵਰਤੋਂ ਕਰਦੇ ਆ, ਕਲਮੇ ਦੀ ਵੀ ਦੁਰਵਰਤੋਂ ਕਰਦੇ ਆ, ਕਾਜੀ ਦੇ ਪਦਵੀ ਦੀ ਦੁਰਵਰਤੋਂ ਕਰਦੇ ਆ ਤੇ ਬ੍ਰਾਹਮਣੀ ਤਬ ਦੇ ਪਦ ਦੀ ਜਿਹੜੀ ਦੁਰਵਰਤੋਂ ਕਰ ਰਹੇ ਆ। ਇਸ ਤਰ੍ਹਾਂ ਸ਼ੈਤਾਨਾਂ ਦੇ ਹੱਥ ਰਾਜਨੀਤੀ ਆਈ ਹੋਈ ਆ, ਸ਼ੈਤਾਨਾਂ ਦੇ ਹੱਥ ਧਰਮ ਆਇਆ ਹੋਇਆ ਤੇ ਸ਼ੈਤਾਨੀ ਸਮਾਜ ਦੇ ਲੋਕ ਨੇ ਜਿਹੜੇ ਆਮ ਗ੍ਰਸਤੀ, ਉਹ ਵੀ ਕਹਿੰਦੇ ਸ਼ੈਤਾਨ ਭੂਤਨੇ ਬਣੇ ਹੋਏ ਆ। ਇਸ ਕਰਕੇ ਕਹਿੰਦੇ ਸਾਰੇ ਹੀ ਸੰਸਾਰ ਦਾ ਤੇ ਇਹ ਏਮਨਾਬਾਦ ਤੇ ਟੂਕ ਕਰ ਰਹੇ ਆ। ਕਹਿੰਦੇ ਤਾਂ ਭਾਈ ਸਤਿਆਨਾਸ਼ ਹੋ ਰਿਹਾ ਇਸ ਤਰ੍ਹਾਂ ਸ਼ੈਤਾਨਾਂ ਕਰਕੇ। ਕਿਉਂਕਿ ਵੀਰਾਨੇ ਗੁਲਿਸਤਾਂ ਕਰਨੇ ਕੋ एक ही उल्लू काफ़ी है, हर शाख पे उल्लू बैठा है, अंजाम गुलिस्तां क्या होगा। ਕਹਿੰਦੇ ਬਾਗ ਨੂੰ ਉਜਾੜਨ ਨੂੰ ਤਾਂ ਇੱਕ ਉੱਲੂ ਹੋਵੇ ਉਹੀ ਟੁਕ ਟੁਕ ਕੇ ਸਿੱਟ ਦਿੰਦਾ। ਜੇ ਹਰੇਕ ਬੂਟੇ ਤੇ 2-4 ਉੱਲੂ ਬੈਠੇ ਹੋਣ ਫੇਰ ਤਾਂ ਬਾਗ ਨੂੰ ਚੀਕੂ ਲੱਗ ਗਏ, ਫੇਰ ਤਾਂ ਅੰਗੂਰ ਅੰਬ ਲੱਗ ਗਏ। ਤੇ ਇਸ ਤਰ੍ਹਾਂ ਨਾਲ ਕਹਿੰਦੇ ਇਹਨਾਂ ਜਿਹੜਾ ਮੁੱਲਿਆਂ ਮਲਾਣਿਆਂ ਕਾਜ਼ੀਆਂ ਪ੍ਰੋਤਿਆਂ ਰਾਜਨੀਤਿਕਾਂ ਤੇ ਇਹਨਾਂ ਦਾ ਕਹਿੰਦੇ ਹਾਲ ਇੰਨੀ ਅਧੋਗਤੀ ਇੰਨਾ ਜਿਹੜਾ ਇਹਨਾਂ ਦਾ ਪਤਨ ਹੋ ਗਿਆ। ਉਹ ਪਤਨ ਮਾੜੇ ਕਰਮਾਂ ਕਰਕੇ ਕਹਿੰਦੇ ਭਾਈ ਹੁਣ ਸਜ਼ਾ ਦਾ ਵੇਲਾ ਵੀ ਫੇਰ ਆ ਗਿਆ। ਜਦੋਂ ਕੋਈ ਬਾਰ-ਬਾਰ ਫੇਲ ਹੋ ਜਾਂਦਾ ਫਿਰ ਦੇਖ ਲਓ ਉਹਦਾ ਹਾਲ ਕੀ ਹੁੰਦਾ। ਉਹ ਹੁਣ ਇਹਨਾਂ ਦਾ ਜਿਹੜਾ ਹਾਲ ਹੋ ਗਿਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਕਿ ਖੁਦਾ ਨੂੰ ਨਹੀਂ ਜਾਣਦੇ ਹਨ। ਦੇਤ ਗਰੀਬਨ ਕੋ ਦੁਖ ਭਾਰੀ। ਤੇ ਫੇਰ ਦੇਤ ਗਰੀਬਨ ਕੋ ਦੁਖ ਭਾਰੀ, ਗਰੀਬਾਂ ਨੂੰ ਦੁੱਖ ਦਿੰਦੇ ਹਨ। ਜਿਹੜੇ ਨੀਵੇਂ ਦੇਖਦੇ ਆ ਉਹਨਾਂ ਦੀ ਕਹਿੰਦੇ ਕੋਈ ਇੱਜ਼ਤ ਨਹੀਂ ਕਰਦੇ, ਨਾ ਉਹਨਾਂ ਦੇ ਕਿਸੇ ਪਰਿਵਾਰ ਧੀ ਭੈਣ ਦੀ ਕੋਈ ਇੱਜ਼ਤ ਨਹੀਂ ਕਰਦੇ ਹਨ ਉਹਨਾਂ ਦੀ। ਤਿਹ ਕੋ ਫਲ ਹੋਏ ਕਸ਼ਟ ਅਪਾਰੀ। ਤੇ ਫਿਰ ਇਸ ਗੱਲ ਦਾ ਮਹਾਰਾਜ ਜੀ ਕਹਿੰਦੇ ਕਿਸੇ ਮਜਬੂਰ ਨੂੰ ਹੋਰ ਮਜਬੂਰ ਕਰਨਾ ਤੇ ਇਹਦਾ ਬਹੁਤ ਜ਼ਿਆਦਾ ਖੁਦਾ ਜਿਹੜਾ ਦੰਡ ਦਿੰਦਾ ਹੈ। ਇਹਦਾ ਕਸ਼ਟ ਜਿਹੜਾ ਅਪਾਰ ਹੁੰਦਾ। ਕਹਿੰਦੇ ਫਿਰ
ਜਿਹਦਾ ਕੋਈ ਤੋਲ ਨਹੀਂ ਹੁੰਦਾ, ਮੋੜ ਨਹੀਂ ਹੁੰਦਾ ਉਸ ਦਾ। ਜਬ ਹੈ ਮਾਰ ਪਹਿਰੇ ਤਿਨ ਤਾਈ। ਜਦੋਂ ਇਹਨਾਂ ਦੇ ਕੀਤੇ ਕਰਮਾਂ ਦੀ ਹੁਣ ਮਾਰ ਪਵੇਗੀ ਸਿਰ ਤੇ ਪ੍ਰਤੱਖ। ਹੇ ਖੁਦਾਏ ਕਿਆ ਕਰੇ ਅਲਾਈ। ਫੇਰ ਕਹਿਣਗੇ ਹੇ ਖੁਦਾਏ ਕਿਆ ਕਰੇ, ਕੀ ਕਰਦਾ ਖੁਦਾ ਤੂੰ, ਕਿਉਂ ਤੂੰ ਸਾਨੂੰ। ਫਿਰ ਐ ਕਹਿਣਗੇ, ਕਹਿੰਦੇ ਮੂੰਹ ਤੋਂ ਫਿਰ ਹਰੇਕ ਚੋਰ ਫੜਿਆ ਜਾਵੇ ਐਂ ਕਹਿੰਦਾ। ਫਿਰ ਕਹਿੰਦਾ ਰੱਬਾ ਮੇਰੇ ਕਿਉਂ, ਇਹ ਨਹੀਂ ਪਤਾ ਵੀ ਤੂੰ ਕਰਦਾ ਕੀ ਹੈ। ਤਾਂ ਇਸ ਤਰ੍ਹਾਂ ਨਾਲ ਕਹਿੰਦੇ ਫਿਰ ਕਹਿਣਗੇ ਐ ਖੁਦਾ ਇਹ ਤੂੰ ਕੀ ਕਰਦਾ ਹੈ, ਇਉਂ ਕਹਿਣਗੇ ਫਿਰ। ਪਰ ਫਿਰ ਖੁਦਾ ਨੇ ਇਹਨਾਂ ਦੀ ਸੁਣਨੀ ਨਹੀਂ, ਕਿਉਂਕਿ ਅੱਗੋਂ ਦੇ ਹਰ ਚੇਤੀਐ ਤਾਂ ਕਾਇਤ ਮਿਲੈ ਸਜਾਏ। ਜੇ ਮਰਨ ਦੇ ਵੇਲੇ ਮੌਕੇ ਤੇ ਆ ਕੇ ਕਹੇ ਜਪ ਕੇ ਅੱਗ ਮੱਚਦੇ ਘਰ ਤੇ ਕਹੇ ਖੂਹ ਪੱਟ ਕੇ ਬੁਝਾ ਲੂੰ, ਕਿੱਥੋਂ ਬੁਝਾ ਲੂਗਾ। ਇਹ ਤਾਂ ਪਹਿਲਾਂ ਹੀ ਪ੍ਰਬੰਧ ਕਰਨਾ ਪਊਗਾ, ਪਹਿਲਾਂ ਹੀ ਸੋਚ ਸਮਝ ਕੇ ਚੱਲਣਾ ਪਊਗਾ, ਪਹਿਲਾਂ ਹੀ ਜਪਣਾ ਪਊਗਾ, ਫੇਰ ਹੀ ਪਹਿਲਾਂ ਹੀ ਪੜ੍ਹਾਈ ਕਰਨੀ ਪਊ। ਜੇ ਪੇਪਰ ਵਾਲੇ ਦਿਨ ਆ ਕੇ ਕਹੇ ਮੈਂ ਹੁਣੇ ਚੱਕ ਕੇ ਗੈਡ ਰੱਟਾ ਲਾ ਕੇ ਪੇਪਰ ਦੇ ਦੂੰ, ਨਹੀਂ ਦੇ ਸਕਦਾ। ਉਹ ਤਾਂ ਰੋਜ਼ ਹੀ ਪੜ੍ਹਨਾ ਪਊ, ਰੋਜ਼ ਹੀ ਤਿਆਰੀ ਕਰਨੀ ਪਊ। ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੁਣ ਇਹਨਾਂ ਦਾ ਜਿਹੜਾ ਅੰਤ ਦਾ ਸਮਾਂ, ਹੁਣ ਕੁਝ ਵੀ ਨਹੀਂ ਕਰ ਸਕਦੇ, ਪਛਤਾਵਾ ਕਰਨ ਦਾ ਸਮਾਂ ਵੀ ਨਹੀਂ ਰਿਹਾ। ਇਸ ਤਰ੍ਹਾਂ ਦਾ ਡੰਨ ਪਾਉਣਗੇ। ਫਿਰ ਕਹਿਣਗੇ ਕਿ ਜਿਹੜੇ ਐ ਖੁਦਾ ਕਿਉਂ ਸਾਨੂੰ ਮਾਰਦਾ ਹੈ। ਪਰ ਫਿਰ ਖੁਦਾ ਛੱਡੇਗਾ ਨਹੀਂ, ਕਿਉਂਕਿ ਪਾਪੀਆਂ ਵਾਸਤੇ ਉਹ ਜਮ ਰੂਪ ਹੈ ਤੇ ਪੁੰਨੀਆਂ ਵਾਸਤੇ ਉਹ ਜਿਹੜਾ ਧਰਮ ਰੂਪ ਹੈ। ਚੌਪਈ ਨੀਚ ਜਾਤ ਪੁਨ ਦਿਉਣੀ ਗਹਿ ਹਿੰਦਵਾਣੀ ਮੰਗਵਾਏ। ਦੋਹਰਾ ਜੀ ਦੋਹਰਾ, ਇਹ ਦੋਹਰਾ। ਨੀਚ ਜਾਤ ਪੁਨ ਹਿੰਦੂਵੀ ਗਹਿ ਮੰਗਵਾਵੈ ਸੋਏ। ਨੀਵੀਂ ਜਾਤ ਦੀਆਂ ਕੋਈ ਮਿਸਤਰੀ ਤੇ ਹੋਰ ਨਾਈ ਝੌਰ ਛਿੰਬੇ ਜੱਟ ਤੇ ਫਿਰ ਜਿਹੜੇ ਰਾਜਪੂਤ ਠਾਕੁਰ ਤੇ ਇਹ ਜਿਹੜੇ ਬ੍ਰਾਹਮਣ ਤੇ ਖੱਤਰੀ ਤੇ ਵੈਸ਼, ਕਹਿੰਦੇ ਇਹਨਾਂ ਦੀ ਵੀ ਪੱਤ ਨਹੀਂ ਕੋਈ ਛੱਡੀ। ਇਹਨਾਂ ਨੇ ਜਿਹੜੇ ਏਮਨਾਬਾਦ ਦਾ ਵਿਖਿਆਨ ਮਹਾਰਾਜ ਕਰਦੇ ਆ ਕਿ ਉਹਨਾਂ ਦੀ ਵੀ ਕੋਈ ਪੱਤ ਨਹੀਂ ਛੱਡੀ ਆ। ਧੀਆਂ ਬੇਟੀਆਂ ਭੈਣਾਂ ਦੀ ਕਿਸੇ ਪ੍ਰਕਾਰ ਵੀ ਉਹਨਾਂ ਨਾਲ ਵੀ ਜ਼ਬਰ ਜ਼ੋਰ ਬੜੇ ਕੀਤੇ ਆ, ਕਰ ਰਹੇ ਆ। ਗਾਏ ਖੂਨ ਕੇ ਸੋਹਲੇ ਰਤ ਕਾ ਕੰਗੂ ਹੋਏ। ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਭਾਈ ਸਾਹਿਬ ਜੀ ਲਿਖਦੇ ਹਨ ਕਿ ਹੁਣ ਖੂਨ ਦੇ ਗੀਤ ਹੀ ਗਾਏ ਜਾਣਗੇ, ਘਰੋਂ ਘਰ ਵੈਣ ਪੈਣਗੇ ਇਹਨਾਂ ਦੇ, ਤੇ ਰਤ ਦਾ ਹੀ ਕੇਸਰ ਛਿੜਕਿਆ ਜਾਊਗਾ, ਜੋ ਮਹਾਰਾਜ ਜੀ ਨੇ ਆਖਿਆ ਹੈ ਸ਼ਬਦ ਦੇ ਵਿੱਚ। ਚੌਪਈ ਲਾਲੋ ਬੈਠੇ ਹੋ ਤੋ ਅਗਾਰੀ। ਲਾਲੋ ਸਤਿਗੁਰੂ ਨਾਨਕ ਇਥੇ ਸ਼ਬਦ ਦੀ ਵਿਆਖਿਆ ਪੂਰੀ ਕਰਤੀ, 29ਵੇਂ ਬੰਦ ਤੱਕ ਪੂਰੀ ਕਰਤੀ। 29ਵੇਂ ਬੰਦ ਤੋਂ ਹੁਣ ਅੱਗੇ ਸੰਕੇਤ ਚੱਲ ਪਿਆ, ਸਮਝੀਦਾ ਇਹ ਚ ਇਸ਼ਾਰੇ ਹੁੰਦੇ ਆ। ਲਾਲੋ ਬੈਠੋ ਹੋ ਤੋ ਅਗਾਰੀ, ਤੇ ਲਾਲੋ ਮਹਾਰਾਜ ਜੀ ਦੇ ਕੋਲ ਅੱਗੇ ਬੈਠਾ ਇਹ ਸੁਣ ਰਿਹਾ ਹੈ। ਸੁਨ ਬੂਜਨ ਹਿਤ ਗਰਾ ਉਚਾਰੀ। ਫੇਰ ਲਾਲੋ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬੇਨਤੀ ਕੀਤੀ, ਪੁੱਛਿਆ ਮੁਗਲੇ ਆਵਹਿ ਕਰੇ ਲਗ ਲੜਾਈ। ਮਹਾਰਾਜ ਫੇਰ ਹੁਣ ਇਹ ਪਠਾਣਾ ਦਾ ਰਾਜ ਹੈ ਇਸ ਵੇਲੇ, ਤੇ ਹੁਣ ਜਿਹੜੇ ਮੁਗਲ ਆਉਣਗੇ, ਬਾਬਰ ਆਵੇਗਾ ਤੇ ਬਹੁਤ ਵੱਡੀ ਲੜਾਈ ਹੋਵੇਗੀ, ਜਿਵੇਂ ਆਪ ਜੀ ਨੇ ਆਖਿਆ ਹੈ। ਯਾ ਕੀ ਬਿਰਤਾ ਕਹੋ ਜਗਰਾਈ। ਤੇ ਹੁਣ ਮਹਾਰਾਜ ਜਗਤ ਦੇ ਮਾਲਕ ਜੀ ਕੌਣ ਬਚੂਗਾ, ਫਿਰ ਕਿਸ ਤਰ੍ਹਾਂ ਹੋਵੇਗਾ, ਉਸ ਦਾ ਕੁਝ ਹੋਰ ਵੀ ਹਾਲ ਸਾਨੂੰ ਕਿਰਪਾ ਕਰਕੇ ਦੱਸੋ, ਕੀ ਕਰੀਏ ਅਸੀਂ ਹੁਣ। ਕਬਲੋ ਰਾਜ ਕਰੇ ਜਗ ਮਾਹੀ। ਤੇ ਫਿਰ ਕਿੰਨਾ ਚਿਰ ਇਹ ਰਾਜ ਕਰਨਗੇ, ਕੀ ਬਣੂਗਾ ਅੱਗੇ ਸਮਾਜ ਦਾ, ਕਿਵੇਂ ਧਰਮ ਚੱਲੂਗਾ, ਇਹ ਮਹਾਰਾਜ ਸਾਨੂੰ ਕਿਰਪਾ ਕਰਕੇ ਦੱਸੋ। ਕੀ ਅਦਲ ਬਦਲ ਹੋਣਗੇ ਹੁਣ ਰਾਜਨੀਤਕ। ਪੁਨ ਧਰਨੀ ਤੇ ਸੋ ਕਬ ਜਾਹੀ। ਤੇ ਫੇਰ ਇਹ ਆਉਣ ਵਾਲੇ ਕਦੋਂ ਧਰਤੀ ਤੋਂ ਜਾਣਗੇ। ਹੁਣ ਇਹ ਜਿਹੜੇ ਪਠਾਣਾ ਦਾ ਤਾਂ ਨਾਸ ਹੋ ਜਾਊਗਾ ਤੇ ਮੁਗਲਾਂ ਦਾ ਰਾਜ ਹੋ, ਫਿਰ ਇਹਨਾਂ ਦਾ ਰਾਜ ਕਦੋਂ, ਕਿੰਨੇ ਸਾਲ ਤੱਕ ਰਹੇਗਾ। ਖਾਨ ਮਹਾ ਮਦ ਅੰਧ ਰਹਾਵਹਿ। ਇਹ ਖਾਨ ਨੇ ਜਿਹੜੇ ਇੱਥੇ ਰਹਿਣ ਵਾਲੇ ਜਿਹੜੇ ਹਨ, ਪਠਾਨ ਹਨ, ਪਠਾਨ ਖਾਨ ਹਨ, ਪਹਿਲਾਂ ਜਿਹੜੇ ਰਾਜ ਕਰਦੇ, ਇਹ ਤਾਂ ਹੁਣ ਹੰਕਾਰ ਕਰਕੇ, ਵਿਕਾਰਾਂ ਕਰਕੇ ਅੰਨੇ ਹੋ ਗਏ, ਅਕਲ ਕਰਕੇ, ਤੇ ਉਹਦਾ ਮਹਾਰਾਜ ਇਹਨਾਂ ਨੂੰ ਫਲ ਮਿਲਣ ਜਾ ਰਿਹਾ ਹੈ। ਕਰੀ ਅਵਗਿਆ ਤਾ ਸਫਲ ਪਾਵਹਿ। ਜਿਹੋ ਜਿਹਾ ਇਹਨਾਂ ਨੇ ਮਹਾਂਪੁਰਖਾਂ ਦਾ ਨਿਰਾਦਰ ਕੀਤਾ, ਮਹਾਰਾਜ ਉਹੋ ਜਿਹਾ ਇਹਨਾਂ ਨੂੰ ਫਲ ਮਿਲੇਗਾ, ਇਹਨਾਂ ਨੂੰ ਜਿਹੜਾ ਪ੍ਰਾਪਤ ਹੋਵੇਗੀ ਸਜ਼ਾ। ਦੋਹਰਾ ਲਾਲੋ ਤੇ ਸੁਨ ਸਰੋਨ ਮਹਿ ਪੁਨ ਭਾਕੇ ਬਚ ਕਰਾਉਰ। ਲਾਲੋ ਤੋਂ ਸੁਣ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਪ੍ਰਕਾਰ ਨਾਲ ਅੱਗੇ ਇਸ ਦੱਸਣਾ ਕੀਤਾ, ਬਚਨ ਆਖੇ ਹਨ, ਦੱਸਦੇ ਆ। ਕਹਤਿਓ ਜਿਨ ਕੇ ਖਾਨ ਕੀ ਦਈ ਸਫਾ ਕਰ ਦੂਰ। ਫੇਰ ਐਸੇ ਬਚਨ ਆਖੇ ਜਿਨ੍ਹਾਂ ਬਚਨਾਂ ਦੇ ਕਹਿਣ ਦੇ ਨਾਲ ਇਹ ਖਾਨ ਸਰਕਾਰ ਦੀ ਜਿਹੜੀ ਸਫਾ ਨਾ, ਇਹਦੀ ਪਾਏਬੰਦੀ ਸੀ, ਸਾਰੀ ਮਹਾਰਾਜ ਜੀ ਨੇ ਦੂਰ ਕਰ ਦਿੱਤੀ। ਇਹ ਐਸੇ ਬਚਨ ਅੱਗੇ ਸੱਚੇ ਪਾਤਸ਼ਾਹ ਜੀ ਨੇ ਮੁਖਵਾਕ ਆਖਣਾ ਕੀਤੇ ਕਿ ਫੇਰ ਤਾਂ ਇਹਨਾਂ ਏਮਨਾਬਾਦੀਆਂ ਦੀ ਜਾੜੀ ਪੱਟ ਦਿੱਤੀ, ਸਮਝ ਲਓ। ਐਸੇ ਜਿਹੜੇ ਬਚਨ ਆਖੇ ਆ। ਸ੍ਰੀ ਮੁਖਵਾਕ
ਸਾਹਿਬ ਕੇ ਗੁਣ ਨਾਨਕ ਗਾਵੈ, ਮਾਸਪੁਰੀ ਵਿੱਚ ਅੱਖ ਮਸੋਲਾ। ਸਤਿਗੁਰੂ ਸਾਹਿਬ ਜੀ ਕਹਿੰਦੇ ਅਸੀਂ ਤਾਂ ਪ੍ਰਮਾਤਮਾ ਦੇ ਗੁਣ ਗਾਉਂਦੇ ਆ। ਜਿਹੜਾ ਸਾਹਿਬ ਹੈ, ਸਾਹਿਬ ਤਾਂ ਇੱਥੇ ਬਥੇਰੇ ਨੇ, ਪਰ ਜਿਹੜਾ ਸਾਹਿਬ ਸਾਰਿਆਂ ਤੋਂ ਵੱਡਾ ਉਸ ਦੇ ਗੁਣ ਗਾਉਂਦੇ ਹਾਂ। ਤੇ ਇਹ ਮਾਸਪੁਰੀ ਦੇ ਵਿੱਚ ਜਿਹੜੀ ਗੱਲ ਹੋਣੀ ਹੈ ਉਹ ਆਖਦੇ ਆ। ਮਸੋਲਾ ਨਾਮ ਹੈ ਗੱਲ ਦਾ, ਤੱਥ ਦਾ, ਮਸਲੇ ਦਾ। ਤੇ ਇਸ ਤਰ੍ਹਾਂ ਮਾਸਪੁਰੀ ਇਹ ਸੰਸਾਰ ਨੂੰ ਆਖਿਆ, ਮਾਸਪੁਰੀ ਇਹ ਦੇਹ ਨੂੰ ਆਖਿਆ, ਮਾਸਪੁਰੀ ਉਹ ਏਮਨਾਬਾਦ ਸੈਦਪੁਰ ਦੀ ਧਰਤੀ ਨੂੰ ਉਹਨਾਂ ਦੇ ਵਿਕਾਰਾਂ ਕਰਕੇ ਆਖਿਆ ਵੀ ਮਾਸਪੁਰੀ ਦੇ ਵਿੱਚ ਬਹਿ ਕੇ ਆਪਾਂ ਇਹ ਗੱਲ ਕਰਦੇ ਆ। ਖੁਦਾ ਨੇ ਕੀ ਨਿਆਂ ਕਰਨਾ ਉਹ ਆਖਿਆ, ਉਹਦਾ ਅੱਗੇ ਪਤਾ ਦਿੰਦੇ ਆ। ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੇ ਵਖ ਇਕੇਲਾ। ਜਿਹਨੇ ਰੰਗਾਂ ਰੰਗਾਂ ਦੀ ਭਾਂਤੀ ਅਨੇਕ ਪ੍ਰਕਾਰ ਦੀ ਪੈਦਾ ਕੀਤੀ ਹੈ, ਉਹੀ ਹਸਾਉਣ ਵਾਲਾ ਤੇ ਉਹੀ ਰਵਾਉਣ ਵਾਲਾ ਹੈ। ਉਹੀ ਵਿੱਚ ਤੇ ਉਹੀ ਪਾਸੇ ਹੋ ਕੇ ਮਹਾਰਾਜ ਜੀ ਕਹਿੰਦੇ ਵੇਖਦਾ ਹੈ ਇਕੱਲਾ ਹੋ ਕੇ। ਸੱਚਾ ਸੋ ਸਾਹਿਬ ਸਚ ਤਪਾਵਸ, ਸਚੜਾ ਨਿਆਉ ਕਰੇ ਮੂਲਾ। ਕਰੂਗਾ ਉਹ ਸੱਚਾ ਨਿਆਂ ਇਸ ਮਸਲੇ ਮਸਲੇ ਦਾ, ਤੱਥ ਦਾ ਚੰਗੀ ਤਰ੍ਹਾਂ ਨਾਲ ਨਿਆਂ ਕਰੂਗਾ। ਉਹ ਜਿਹੜਾ ਸੱਚਾ ਸਾਹਿਬ ਹੈ ਉਹ ਸੱਚੇ ਨਿਆਂ ਕਰਦਾ। ਤਪਾਵਸ ਉਹਦਾ ਜਿਹੜਾ ਨਿਆਂ ਹੈ ਉਹ ਵੀ ਸੱਚਾ ਹੈ। ਉਹ ਸੱਚਾ ਹੈ, ਉਹਦੀ ਸਭਾ ਸੱਚੀ ਹੈ ਤੇ ਸੱਚਾ ਸੱਚੇ ਨਿਆਂ ਕਰਦਾ। ਸੱਚੇ ਪਾਤਸ਼ਾਹ ਕਹਿੰਦੇ ਹਨ, ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦੁਸਤਾਨ ਸੰਭਾਲਸੀ ਬੋਲਾ। ਕਾਇਆ ਰੂਪ ਕੱਪੜਾ ਜਿਹੜਾ ਨਾ, ਇਹਨੂੰ ਜਪਜੀ ਸਾਹਿਬ ਦੇ ਵਿੱਚ ਵੀ ਕਿਹਾ ਕਿ ਕਾਇਆ ਦਾ ਕੱਪੜਾ ਹੈ। ਕਾਇਆ ਕੂੜ ਵਿਗਾੜ ਕਾਹੇ ਨਹਾਈਐ। ਕਾਇਆ ਦਾ ਕੱਪੜਾ ਜਿਹੜਾ ਟੁਕ ਟੁਕ ਕਹਿੰਦੇ ਲੀਰੋ ਲੀਰ ਹੋ ਜਾਵੇਗਾ। ਸਰੀਰ ਰੂਪ ਕੱਪੜੇ ਲੀਰੋ ਲੀਰ ਹੋ ਜਾਣਗੇ। ਤੇ ਇਹ ਸਰੀਰਾਂ ਦੇ ਉੱਤੇ ਪਾਏ ਹੋਏ ਕੱਪੜੇ ਸਾਰੇ ਮਹਾਰਾਜ ਜੀ ਕਹਿੰਦੇ ਇਹਨਾਂ ਦੇ ਲੀਰੋ ਲੀਰ। ਜਿਹੜੇ ਆ ਸਿਲਕ ਪਾਈ ਫਿਰਦੇ ਆ, ਮਹਿੰਗੇ ਡਰੈਸ ਪਾਈ ਫਿਰਦੇ ਆ, ਤੇ ਕਹਿੰਦੇ ਕੁਝ ਨਹੀਂ ਲੱਭੂਗਾ, ਬੋਰੀਆਂ ਵੀ ਨਹੀਂ ਲੱਭਣਗੀਆਂ ਪਾਉਣ ਵਾਸਤੇ। ਐਸੀ ਹਾਲਤ ਇਹਨਾਂ ਅਮੀਰਾਂ ਦੀ ਹੋਣੀ ਆ। ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦੁਸਤਾਨ ਸੰਭਾਲ ਸੀ ਬੋਲਾ। ਕਹਿੰਦੇ ਫੇਰ ਹਿੰਦੁਸਤਾਨੀ ਸਾਡੀ ਗੱਲ ਨੂੰ ਸਮਝਣਗੇ। ਬਾਅਦ ਦੇ ਵਿੱਚ ਹਿੰਦੁਸਤਾਨ ਸੰਭਾਲ ਸੀ ਬੋਲਾ। ਜਦੋਂ ਸਰੀਰਾਂ ਦੇ ਉੱਪਰ ਬੋਰੀਆਂ ਬਣਾ ਰਹੀਆਂ, ਮਿੱਟੀ ਦੇ ਭਾਂਡੇ ਵੀ ਹੱਥਾਂ 'ਚ ਨਾ ਰਹੇ, ਤੇ ਫੇਰ ਕਹਿਣਗੇ ਵੀ ਆਪਾਂ ਫਕੀਰਾਂ ਦਾ ਨਰਾਦਰ ਕਰ ਲਿਆ, ਆਪਾਂ ਤਾਂ ਐਂ ਕਰ ਲਿਆ, ਆਪਾਂ ਤਾਂ ਆਉਂ ਕਰ ਲਿਆ। ਕਹਿੰਦੇ ਫੇਰ ਇਹਨਾਂ ਨੂੰ ਪਤਾ ਲੱਗੇਗਾ। ਦੂਸਰਾ ਅਰਥ, ਸਰੀਰਾਂ ਤੇ ਪਾਏ ਕੱਪੜੇ ਪਾੜ ਪਾੜ ਕੇ ਇੱਜ਼ਤਾਂ ਨੂੰ ਵੀਰਾਨ ਕਰ ਦੇਣਗੇ। ਤੇ ਹਿੰਦੁਸਤਾਨ ਦੀ ਜਿਹੜੀ ਬੋਲੀ ਹੈ, ਹਿੰਦੁਸਤਾਨ ਸੰਭਾਲ ਸੀ ਬੋਲਾ, ਉਹਨੂੰ ਆਪਣੇ ਕਾਬੂ ਭਾਵ ਸਾਰੇ ਮਦਰਸਿਆਂ ਸਕੂਲਾਂ ਤੇ ਅਬਦੀ ਸਿੱਖਿਆ ਦੇਣ ਵਾਸਤੇ ਕਬਜ਼ਾ। ਜਿਹੜਾ ਕਹਿੰਦੇ ਸਿੱਖਿਆ ਸੈਂਟਰ, ਸਿੱਖਿਆ ਮਹਿਕਮਾ, ਗਿਆਨ ਪੀਠ, ਇਸ ਤੇ ਕਹਿੰਦੇ ਮੁਤਾਲਿਆ ਖਾਨਾ, ਇਸ ਤੇ ਕਹਿੰਦੇ ਯੂਨੀਵਰਸਿਟੀਆਂ ਤੇ ਲਾਇਬ੍ਰੇਰੀਆਂ ਤੇ ਕਿਤਾਬਾਂ ਗ੍ਰੰਥ ਬੋਲੀ ਤੇ ਕਹਿੰਦੇ ਹਿੰਦੁਸਤਾਨੀ ਪ੍ਰਚਲਨ ਬੋਲੀ ਨੂੰ ਮਿਟਾ ਕੇ ਅਬਦਾ ਹੀ ਕਾਇਦਾ ਤੇ ਅਬਦੀ ਹੀ ਬੋਲੀ ਲਾਗੂ ਕਰ ਦੇਣਗੇ। ਆਵਨ 78 ਜਾਨ 97, ਹੋਰ ਵੀ ਉਠਸੀ ਮਰਦ ਕਾ ਚੇਲਾ। 1578 ਦੇ ਵਿੱਚ ਮਹਾਰਾਜ ਜੀ ਕਹਿੰਦੇ ਇਹਨਾਂ ਦਾ ਆਉਣਾ ਆਗਮਨ ਹੈ। 1797 ਦੇ ਵਿੱਚ ਜਿਹੜਾ ਇਹਨਾਂ ਦੀ ਸਾਫ ਫਿਰ ਉੱਠ ਜਾਊਗੀ। 1578 ਦੇ ਵਿੱਚ ਬਾਬਰ ਦਾ ਆਉਣਾ ਹੋਇਆ ਤੇ 1797 ਦੇ ਵਿੱਚ ਜਾ ਕਰਕੇ ਔਰੰਗਜ਼ੇਬ ਦੇ ਵੇਲੇ ਤੇ ਇਹਦੇ ਵਿਗਾੜ ਪੈ ਕੇ ਜਿਹੜਾ ਨਾਸ ਹੋਇਆ ਇਸ ਸਲਤਨਤ ਦਾ। ਇਸ ਤਰ੍ਹਾਂ ਦਾ ਬਿਆਨ ਮਹਾਰਾਜ ਜੀ ਨੇ ਇਸ ਸ਼ਬਦ ਦੇ ਵਿੱਚ ਤਲੰਗ ਰਾਗ ਦੇ ਵਿੱਚ ਕਰਨਾ ਕੀਤਾ ਹੈ। 1797 ਦੇ ਵਿੱਚ ਫਿਰ ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਫਿਰ ਕਹਿੰਦੇ ਮਰਦ ਕਾ ਚੇਲਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਸ ਵੇਲੇ 1797 ਚ ਇਹਨਾਂ ਦੇ ਰਾਜ ਦੀ ਸਾਫ ਉੱਧੜ ਜਾਊਗੀ। ਤੇ 99 ਚ ਮਹਾਰਾਜ ਖਾਲਸਾ ਪੰਥ ਜਿਹੜਾ ਅਖੰਡੇ ਬਾਟੇ ਦਾ ਅੰਮ੍ਰਿਤ ਛਕਾਉਣਗੇ। ਤੇ ਇਸ ਤਰ੍ਹਾਂ ਨਾਲ ਫਿਰ ਉਹ ਅੰਮ੍ਰਿਤ ਛਕਾ ਕੇ ਖਾਲਸੇ ਦੇ ਬਲ ਪ੍ਰਤਾਪ ਉਸ ਚੇਲੇ ਦੇ ਨਾਲ ਆਪ ਮਰਦ ਰੂਪ ਵਹਿ ਪ੍ਰਗਟਿਓ। ਮਰਦ ਅਗੰਬੜਾ ਵਰਿਆਮ ਅਕੇਲਾ, ਉਹਨੂੰ ਮਰਦ ਕਿਹਾ। ਮਰਦ ਤਾਂ ਬਾਕੀ ਸਵਾਲ ਕਰਦੇ ਕਈ ਕਹਿੰਦੇ ਬਾਕੀ ਨਾ ਮਰਦ ਸਨ, ਨਾ ਮਰਦ ਨਹੀਂ ਸਨ। ਜੋ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪੋ ਆਪਣੇ ਸਮੇਂ ਦੇ ਵਿੱਚ ਉਹਨਾਂ ਨੇ ਆਪੋ ਆਪਣੀ ਵਿਲੱਖਣਤਾ ਜ਼ਾਹਰ ਸਿੱਧ ਕੀਤੀ ਹੈ। ਜੋ ਵਿਲੱਖਣਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਹੈ, ਉਹਦਾ ਮੁਕਾਬਲਾ ਹੋਰ ਕਿਸੇ ਜੀਵਨ ਦੇ ਨਾਲ ਨਹੀਂ ਕੀਤਾ ਜਾ ਸਕਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ 'ਚ ਜੋ ਵਿਲੱਖਣਤਾ ਹੈ, ਉਸ ਦਾ ਮੁਕਾਬਲਾ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਨਾਲ ਨਹੀਂ ਕਰ ਸਕਦੇ, ਭਾਵੇਂ ਜੋਤ ਇੱਕ ਹੀ ਹੈ। ਇਸ ਤਰ੍ਹਾਂ ਕਹਿੰਦੇ ਮਰਦ ਦਾ ਚੇਲਾ ਅੱਗੇ ਖਾਲਸਾ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਰਕਾਰਾਂ ਤੇ ਇਹਨਾਂ ਸਮਾਜ ਵਾਲਿਆਂ ਦੀ ਅੱਖ 'ਚ ਕਹਿੰਦੇ ਕਸੀਰ ਦੇ ਤਿਣਕੇ ਵੱਤ ਪਿਆ ਰਹੂਗਾ।
ਸੋਧਾ ਰਹੂਗਾ ਸੰਸਾਰ ਤੇ, ਅਵਧੀ ਕਰਨੀ ਨਹੀਂ ਤਿਆਗੂਗਾ। ਸਚ ਕੀ ਬਾਣੀ ਨਾਨਕ ਆਖੈ, ਸਚ ਸੁਣਾਏ ਸੀ ਸਚ ਕੀ ਵੇਲਾ। ਸੱਚ ਦੀ ਬਾਣੀ, ਸੱਚੇ ਅਕਾਲ ਪੁਰਖ ਦੀ ਬਾਣੀ ਨਾਨਕ ਆਖਦਾ ਹੈ, ਕਹਿੰਦੇ ਸੱਚ ਸੁਣਾਊ, ਸੱਚ ਦਾ ਸਮਾਂ, ਕਹਿੰਦੇ ਨਹੀਂ ਮੰਨੋਗੇ, ਕਹੋਗੇ ਐਵੇਂ ਹੀ ਹੈ, ਫਿਰ ਸੱਚ ਸੁਣਾਏ ਸੀ ਸੱਚ ਕੀ ਵੇਲਾ। ਜਦੋਂ ਸੱਚ ਦਾ ਵੇਲਾ ਹੋਇਆ, ਜਦੋਂ ਕੋਈ ਹੱਲ ਨਾ ਕਰ ਸਕੇ ਨਾ, ਫੇਰ ਅੱਖਾਂ 'ਚ ਘਸੁੰਨ ਦੇ ਕੇ ਰੋਵੋਗੇ, ਕਹਿੰਦੇ ਫੇਰ ਕਹੋਗੇ ਉਦੋਂ ਹੀ ਮੰਨ ਲੈਂਦੇ, ਸਤਿਕਾਰ ਕਰਦੇ ਤਾਂ ਆਹ ਹਾਲ ਨਾ ਹੁੰਦਾ, ਫਿਰ ਕਹਿੰਦੇ ਨਾ ਅਸੀਂ ਕੋਲ ਹੋਣਾ ਨਾ ਹੱਲ ਹੋਣਾ। ਇਸ ਤਰ੍ਹਾਂ ਸਮਾਂ ਜਿਹੜਾ ਸੱਚ ਦੀ ਗੱਲ ਫਿਰ ਸਮਝਾ ਦਊਗਾ। ਪਰ ਹੁਣ ਜਿਹੜੀ ਸੱਚ ਦੀ ਗੱਲ ਆਖੀ ਹੈ, ਇਹਨੂੰ ਕਹਿੰਦੇ ਸਮਝਣ ਦਾ ਯਤਨ ਕਰ ਲੈਂਦੇ ਤਾਂ ਚੰਗਾ ਹੁੰਦਾ, ਪਰ ਕੀਤਾ ਨਹੀਂ ਹੈ। ਇਸ ਕਰਕੇ ਕਹਿੰਦੇ ਭਾਈ ਸਮਾਂ ਹੁਣ ਸੱਚ ਤੁਹਾਨੂੰ ਸਮਝਾ ਦੇਵੇਗਾ, ਵਕਤ ਸਮਝਾ ਦੇਵੇਗਾ। ਦੋਹਰਾ ਸ੍ਰੀ ਨਾਨਕ ਪੂਰਨ ਪੁਰਖ ਸਾਹਿਬ ਕੇ ਗੁਣ ਗਾਏ। ਪੂਰਨ ਪੁਰਖ ਅਕਾਲ ਪੁਰਖ ਹੈ ਜਿਹੜਾ, ਉਸ ਦੇ ਗੁਣ ਗੁਰੂ ਨਾਨਕ ਦੇਵ ਜੀ ਨੇ ਗਾਉਣਾ ਕੀਤੇ ਆ। ਇਸ ਸ਼ਬਦ ਦੇ ਵਿੱਚ ਵੀ ਉਸ ਦੀ ਵਡਿਆਈ ਤੇ ਉਸ ਦਾ ਹੁਕਮ ਹੀ ਕਹਿਣਾ ਕੀਤਾ ਹੈ। ਦੇ ਦੇਹ ਇਹਨਾਂ ਕੀ ਜੀ ਜੋ ਭਿੰਨ ਭਿੰਨ ਹਵੈ ਜਾਏ। ਇਹ ਸ਼ਬਦ 'ਚ ਇਹ ਵੀ ਦੱਸਿਆ ਵੀ ਦੇ ਇਹਨਾਂ ਕੀ ਜੀ ਜੋ ਭਿੰਨ ਭਿੰਨ ਹੋਇਆ ਜਾਏ, ਕਿ ਸੈਦਪੁਰੀਏ ਇਮਨਾਬਾਦੀਏ ਇਹਨਾਂ ਦੀਆਂ ਦੇਹਾਂ ਜਿਹੜੀਆਂ ਇੱਕ ਦੇ ਚਾਰ ਚਾਰ, ਕਹਿੰਦੇ ਜੀ ਭਿੰਨ ਭਿੰਨ, ਭਾਵ ਸਾਰਿਆਂ ਨੇ ਮਰ ਜਾਣਾ, ਇਹਨਾਂ ਨੇ ਸਾਰਿਆਂ ਦਾ ਨਾਸ ਹੋ ਜਾਣਾ, ਐਡੀ ਇਹਨਾਂ ਤੇ ਗਾਜ ਡਿੱਗਣੀ ਐ। ਮਾਸਪੁਰੀ ਇਹ ਥਲ ਹੋਏ ਜਾਵੇ ਹੈ। ਚੌਪਈ ਮਾਸਪੁਰੀ ਇਹ ਥਲ ਹੋਏ ਜਾਵੇ, ਸਾਰਾ ਏਮਨਾਬਾਦ ਸੈਦਪੁਰ ਮਾਸ ਦਾ ਢੇਰ, ਮਾਸਪੁਰੀ ਕਹਿੰਦੇ ਜੀਵਤ ਨਹੀਂ ਕੋਈ ਬਚੂਗਾ। ਜਿਹੜੇ ਜੀਵਤ ਬਚਣਗੇ ਉਹਨਾਂ ਨੂੰ ਬੰਨ੍ਹ ਕੇ ਲੈ ਜਾਣਗੇ, ਮਾਸ ਦਾ ਢੇਰ ਹੋ ਜਾਵੇਗਾ। ਇਸ ਵਿਦ ਮਸਲਾ ਕਰ ਦਿਖਾਰਾਵੇ ਹੈ। ਇਸ ਤਰ੍ਹਾਂ ਦੀ ਪੁੱਛ ਪੜਤਾਲ ਇਹਨਾਂ ਦੀ ਹੋਊਗੀ। ਧਰਮ ਦਾ ਵਾਕਿਆ ਅਸੀਂ ਆਖ ਦਿੱਤਾ, ਇਹ ਗੱਲ ਹੁਣ ਅਕਾਲ ਪੁਰਖ ਕਰੇਗਾ। ਜਿਸ ਨੇ ਸਰਬ ਜਗਤ ਉਪਜਾਇਓ। ਜਿਹੜੇ ਅਕਾਲ ਪੁਰਖ ਜੀ ਨੇ ਸਾਰਾ ਸੰਸਾਰ ਪੈਦਾ ਕੀਤਾ ਤੇ ਆਪ ਹੀ ਆਪਦੀ ਮੌਜ ਦੇ ਵਿੱਚ ਮਾਰਦਾ ਹੈ। ਅਨੇਕ ਪ੍ਰਕਾਸ਼ ਰੰਗ ਦਿਖਰਾਇਓ। ਅਨੇਕ ਪ੍ਰਕਾਰ ਦਾ ਬੁੱਧੀ ਦੁਆਰਾ ਉਹਨੇ ਪ੍ਰਕਾਸ਼ ਰੰਗ ਸੰਸਾਰ ਦੇ ਵਿੱਚ, ਕਈ ਜਿਹੜੇ ਨੀਵੇਂ, ਕਈ ਉੱਚੇ, ਕਈ ਤੱਤੇ, ਕਈ ਮਿੱਠੇ, ਤੇ ਕਈ ਤਰ੍ਹਾਂ ਦਾ ਉਸਨੇ ਰੰਗ ਹੈ ਜਿਹੜਾ ਦਿਖਾਉਣਾ ਕੀਤਾ ਹੈ। ਕਈ ਪੁੰਨੀ ਪਾਪੀ ਪੈਦਾ ਕੀਤੇ ਆ ਕਰਮਾਂ ਅਨੁਸਾਰ। ਤਿਸ ਸਾਹਿਬ ਤੇ ਹੋਏ ਪ੍ਰਤੀਕੂਲੇ। ਜਿਹੜੇ ਜਿਹੜੇ ਉਹ ਸਾਹਿਬ ਜੀ ਤੋਂ, ਉਸ ਮਾਲਕ ਜੀ ਤੋਂ ਪ੍ਰਤੀਕੂਲੇ ਭਾਵ ਅਵਗਿਅਕ ਹੋ ਜਾਂਦੇ ਆ, ਉਹਦੇ ਤੋਂ ਟੁੱਟ ਜਾਂਦੇ ਆ ਤੇ ਉਹਦਾ ਨਰਾਦਰ ਕਰਨ ਵਾਲੇ ਪਾਸੇ ਐਬਾਂ ਦੇ ਵਿੱਚ ਪੈ ਜਾਂਦੇ ਆ। ਵਿਸ਼ਿਆਨ ਮਹਿ ਫਸ ਸਭ ਸੁਧ ਭੂਲੇ। ਤੇ ਫਿਰ ਵਿਸ਼ਿਆਂ ਦੇ ਵਿੱਚ ਫਸ ਕੇ ਆਪਦੀ ਵੀ ਸੁਧ ਬੁੱਧ ਸਾਰੀ ਜਿਹੜੇ ਭੁੱਲ ਜਾਂਦੇ ਹਨ। ਪਿਖੈ ਸੋ ਨਿਆਰੋ ਹੋਏ ਤਮਾਸੋ। ਉਹ ਪਰਮਾਤਮਾ ਉਹਨਾਂ ਨੂੰ ਵੀ ਨਿਆਰਾ ਹੋ ਕੇ ਤਮਾਸ਼ਾ ਦੇਖਦਾ, ਵੀ ਇਹਨਾਂ ਨੂੰ ਕਿਹਾ ਕੀ ਕਰਨ ਨੂੰ ਤੇ ਕਰਦੇ ਕੀ ਨੇ। ਆਪਾਂ ਹੀ ਦੇਖ ਲਓ ਆਪਣੇ ਬੱਚਿਆਂ ਨੂੰ, ਆਪਾਂ ਕਹਿੰਦੇ ਆ ਕੀ ਤੇ ਕਰਦੇ ਕੀ ਨੇ। ਇਸ ਤਰ੍ਹਾਂ ਹੀ ਉਹ ਦੇਖਦਾ ਹੈ ਸ੍ਰਿਸ਼ਟੀ ਨੂੰ ਵੀ, ਅਸੀਂ ਕਿਹਾ ਕੀ ਤੇ ਕਰਦੇ ਕੀ ਹਨ। ਸੱਚਾ ਸਾਹਿਬ ਨਿਆਓ ਸੱਚਾ ਸੋ। ਤੇ ਫਿਰ ਉਹ ਸੱਚਾ ਸਾਹਿਬ, ਸੱਚਾ ਮਾਲਕ ਸੱਚਾ ਹੀ ਨਿਆਂ ਕਰਦਾ ਹੈ, ਸੱਚਾ ਫੈਸਲਾ ਕਰਦਾ ਹੈ, ਜਿਹਦੇ ਤੇ ਫੇਰ ਦੁਬਾਰਾ ਕਹਿੰਦੇ ਭਾਈ ਮਚਲ ਕੇ ਨਹੀਂ ਚੱਲਦੇ, ਬੌਂਡ ਨਹੀਂ ਭਰੇ ਜਾਂਦੇ, ਉਹਦੇ ਫੇਰ ਜ਼ਮਾਨਤਾਂ ਨਹੀਂ ਹੁੰਦੀਆਂ। ਐਸੇ ਫੈਸਲੇ ਉਹ ਫਿਰ ਦਿੰਦਾ ਹੈ। ਮਸਲੇ ਮੂਜਬ ਕਰਹਿ ਸੋਈ। ਕਿਉਂਕਿ ਮਸਲੇ ਨੂੰ ਚੰਗੀ ਤਰ੍ਹਾਂ ਵਿਚਾਰਨ ਵਾਲਾ ਉਹ ਆਪੇ ਇਕੱਲਾ ਹੈ, ਜਿਹੜਾ ਸੱਚਾ ਹੈ ਤੇ ਸੱਚ ਹੀ ਵਿਚਾਰਦਾ ਤੇ ਸੱਚ ਹੀ ਨਿਤਾਰਦਾ ਹੈ। ਇਸ ਕਰਕੇ ਉਹ ਸੱਚ ਦੇ ਵਿੱਚੋਂ ਸੱਚ ਹੀ ਪ੍ਰਗਟ ਕਰਕੇ ਕਹਿੰਦੇ ਅੱਗੇ ਨਿਆਂ ਕਰਦਾ ਹੈ। ਕਾਇਆ ਕੱਪੜ ਟੁਕ ਟੁਕ ਹੋਸੀ। ਜਿਹੜਾ ਕਾਇਆ ਦੇ ਕੱਪੜੇ ਟੁਕ ਟੁਕ ਹੋਸੀ, ਸਾਰੇ ਵਿਨਾਸ਼ ਹੋਣਗੇ। ਸਰੀਰ ਰੂਪ ਕੱਪੜੇ ਇਹਨਾਂ ਦੇ ਵਿਨਾਸ਼ ਹੋਣਗੇ, ਭਾਵ ਨਿਰਲੱਜਿਆ, ਇਹਨਾਂ ਨਿਰਲੱਜਿਆਂ ਨੂੰ ਇੱਜ਼ਤ ਤੋਂ ਰਹਿਤ ਹੋਣਾ ਪਵੇਗਾ। ਨੰਗ ਧੜੰਗੇ ਲੈ ਕੇ ਕਰਕੇ ਬੰਨ ਕੇ ਲੈ ਜਾਣਗੇ, ਇਸ ਤਰ੍ਹਾਂ ਤੁਰਨਗੇ। ਜਸ ਅਗ ਕੀਏ ਤਸ ਹੋਵੇ ਦੁਖ ਭਾਰੀ। ਜਿਹੋ ਜਿਹਾ ਪਾਪ ਕੀਤਾ ਵੈਹੋ ਜਿਹਾ ਦੰਡ ਮਿਲੇਗਾ। ਸਰੋਨਿਤ ਪਸਰਹਿ ਧਰਨ ਮਝਾਰੀ। ਤੇ ਸਾਰੀ ਧਰਤੀ ਤੇ ਸਰੋਣਤ ਖੂਨ ਹੀ ਖੂਨ ਪੈ ਜਾਵੇਗਾ। ਹਿੰਦੁਸਤਾਨ ਕੋ ਬੋਲ ਦੋਹਰਾ, ਹਿੰਦੁਸਤਾਨ ਕੋ ਬੋਲ ਜੋ ਆਨ ਸੰਭਾਲੈ ਸੋਏ। ਹਿੰਦੁਸਤਾਨ ਦੀ ਸਾਰੀ ਬੋਲੀ ਤੇ ਵੀ ਉਸ ਬਾਬਰ ਦਾ ਰਾਜ ਹੋ ਜਾਵੇਗਾ, ਸਿੱਖਿਆ ਪ੍ਰਸਾਰ ਤੇ। 15 ਸੇ ਪੁਨ 78 ਆਵਨ ਤਿਨ ਕੋ ਹੋਏ। ਉਹੀ ਸ਼ਬਦ ਦੀ ਵਿਆਖਿਆ ਦੇ ਭਾਵ ਚ ਕਹਿੰਦੇ ਹਨ ਕਿ 1578 ਦੇ ਵਿੱਚ ਬਾਬਰ ਦਾ ਆਉਣਾ ਹੋਇਆ ਹੈ, ਹੋਵੇਗਾ। ਚੌਪਈ 17 ਮੈਂ 97 ਮਾਹੀ। 1797 ਦੇ ਵਿੱਚ ਫੇਰ ਇਹਨਾਂ ਮੁਗਲਾਂ ਦਾ ਜੋ ਰਾਜ ਹੈ, ਸਫਾ ਦੂਰ ਤਿਨ ਕੀ ਹਵੈ ਜਾਹੀ। ਉਹ ਨਾਸ ਹੋ ਜਾਵੇਗਾ, ਉਹ ਜਿਹੜਾ ਟੁੱਟ ਜਾਵੇਗਾ। ਫਿਰ ਘਰ ਦੇ ਵਿੱਚ ਇਹਨਾਂ ਦੇ ਔਰੰਗਜ਼ੇਬ ਦੇ ਪੁੱਤਰਾਂ ਦੇ ਵਿਗਾੜ ਪੈ ਜਾਵੇਗਾ,
ਖਿੱਚਾ ਤੂ ਹੋ ਜਾਵੇਗੀ, ਬੰਗਾਲ ਦਾ ਸੂਬਾ ਟੁੱਟ ਜਾਵੇਗਾ, ਸਾਰੇ ਸੂਬੇ ਟੁੱਟ ਜਾਣਗੇ। ਦੋਸੇ ਬੋਹਰੇ ਬਰਖ 19 ਚਾਲ ਬਣਾਈ ਦੀ ਆ, ਦੋਸੈ ਬਹਰੋ ਵਰਖ 19 200 ਤੇ 19 ਸਾਲ, ਜਿਹੜਾ ਸਪਸ਼ਟ ਹੋ ਜਵੇ ਸੁਣਨ ਦੇ ਵਿੱਚ ਕਿ ਕੀ ਬੋਲਿਆ ਜਾਂਦਾ। ਦੋਸੈ ਬਹਰੋ ਵਰਖ 19 200 ਤੇ 19 ਸਾਲ ਇਹਨਾਂ ਦਾ ਜਿਹੜਾ ਰਾਜ ਹੈ, ਉਹ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਸਾਹਿਬ ਲਿਖਦੇ ਟੀਕਾ ਕਰਦੇ ਉਸੇ ਸ਼ਬਦ ਦਾ ਕਿ ਰਹੇਗਾ ਜੋ ਪਹਿਲਾਂ ਦੱਸਿਆ ਹੈ। 219 ਸਾਲ ਔਰੰਗਜ਼ੇਬ ਤੱਕ ਹੋ ਜਾਣਗੇ। ਕਰਹਿ ਰਾਜ ਹੋਵੇ ਅਵਨੀਸੰ। ਇਸ ਤਰ੍ਹਾਂ ਵੱਡੇ ਵੱਡੇ ਰਾਜੇ ਹੋਣਗੇ ਤੇ ਵੱਡੇ ਵੱਡੇ ਕੰਮ ਕਰਨਗੇ। ਮਹਾਰਾਜ ਕਹਿੰਦੇ ਫਿਰ ਗੁਰੂ ਘਰ ਨਾਲ ਖਹਿਣਗੇ, ਕਈ ਸਿੱਖ ਮੁੱਦਿਆਂ ਤੇ ਕਹਿੰਦੇ ਫਿਰ ਇਹਨਾਂ ਨਾਲ ਸਰਕਾਰਾਂ ਨਾਲ ਆ। ਦੇਖ ਲਓ ਮਹਾਰਾਜ ਵੀ ਕਹਿੰਦੇ ਅੱਜ ਵੀ ਟਕਰਾਅ ਹੁੰਦਾ ਨਾ ਕਈ ਸਿੱਖ ਮੁੱਦਿਆਂ ਤੇ ਸਰਕਾਰਾਂ ਨਾਲ, ਉਦੋਂ ਵੀ ਮਹਾਰਾਜ ਜੀ ਕਹਿੰਦੇ ਫਿਰ ਕਈ ਸਿੱਖ ਮੁੱਦਿਆਂ ਤੇ ਸਰਕਾਰਾਂ ਨਾਲ ਜਿਹੜਾ ਟਕਰਾਅ ਹੋਵੇਗਾ, ਗੁਰੂ ਘਰ ਦਾ ਟਕਰਾਅ ਹੋਵੇਗਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਨਰ ਅਵਤਾਰ ਹਮਾਰਾ ਹੋਏ। ਫੇਰ ਉਹ ਟਕਰਾਵਾਂ ਦੇ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਨਰ ਅਵਤਾਰ ਗੁਰੂ ਗੋਬਿੰਦ ਸਿੰਘ ਰੂਪ ਧਾਰਨ ਕਰਾਂਗੇ 10ਵੇਂ ਥਾਂ ਤੇ ਜਾ ਕੇ। ਚੇਲਾ ਤਾਹੇ ਖਾਲਸਾ ਜੋਏ। ਫੇਰ ਚੇਲਾ ਖਾਲਸਾ ਜਿਹੜਾ ਹੈ ਸ਼ਸਤਰਧਾਰੀ ਸਨਦਬੱਧ ਤਿਆਰ ਕਰਾਂਗੇ, ਖੰਡੇ ਦਾ ਅੰਮ੍ਰਿਤ ਛਕਾ ਕਰਕੇ 5 ਪਿਆਰਿਆਂ ਨੂੰ ਪਹੁਲ ਦਵਾਂਗੇ। 10 ਪਾਤਸ਼ਾਹੀ ਕਰੇ ਹੋ ਜਬ ਹੀ। ਇਸ ਤਰ੍ਹਾਂ ਆਪਦੀਆਂ 10 ਪਾਤਸ਼ਾਹੀਆਂ ਪੂਰੀਆਂ ਕਰਾਂਗੇ 10ਵੇਂ ਸਰੂਪ ਤੱਕ ਜਾ ਕੇ। ਫਿਰ ਚੇਲਾ ਖਾਲਸਾ ਜਿਹੜਾ ਹੋਵੇਗਾ ਸਾਡਾ, ਮਹਾਰਾਜ ਕਹਿੰਦੇ 1797 ਤੋਂ ਬਾਅਦ ਪਿੱਛੇ ਹੋਏ ਖਾਲਸਾ ਤਬ ਹੀ। ਤੇ ਉਹ ਖਾਲਸਾ ਜਿਹੜਾ ਫਿਰ ਖਾਲਸਾ ਰਾਜ ਕਰੇਗਾ, ਖਾਲਸਾ ਰਾਜ ਬਣਾਵੇਗਾ। ਸਨੇ ਸਨੇ ਸੋ ਲੇਵੈ ਚੀਨੰ। ਆ ਜਿਹੜੇ ਕਹਿੰਦੇ ਕਿੱਥੇ ਲਿਖਿਆ, ਕਿਹੜਾ ਕਹਿੰਦਾ ਖਾਲਸਾ ਰਾਜ, ਆ ਦੇਖੋ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਆ ਗੁਰੂ ਨਾਨਕ ਦੇਵ ਮਹਾਰਾਜ ਕਈ ਕਹਿੰਦੇ ਕਿੱਥੇ ਲਿਖਿਆ, ਕਿਹੜਾ ਕਹਿੰਦਾ। ਆ ਨਾਨਕ ਪ੍ਰਕਾਸ਼ ਦੇ ਵਿੱਚ 996 ਅੰਗ ਤੇ 1 ਘੱਟ 40ਵੀਂ ਪੌੜੀ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਆ ਫਿਰ ਖਾਲਸਾ ਹੋਵੇਗਾ, ਫਿਰ ਉਹ ਖਾਲਸਾ ਰਾਜ ਕਰੇਗਾ। ਤੇ ਖਾਲਸਾ ਰਾਜ ਫਿਰ ਬਾਅਦ ਚ ਹੋਇਆ ਸਾਧ ਸੰਗਤ ਜੀ। ਅੰਗਰੇਜ਼ਾਂ ਦਾ ਰਾਜ ਤਾਂ ਬਾਅਦ ਦੇ ਵਿੱਚ ਆਇਆ ਨਾ, 1797 ਤੋਂ ਬਾਅਦ ਤਾਂ ਫਿਰ ਬੰਦੇ ਬਹਾਦਰ ਨੇ ਰਾਜ ਕਰਕੇ ਫਿਰ 12 ਮਿਸਲਾਂ ਬਣੀਆਂ, ਫਿਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਇਆ, ਫਿਰ ਖਾਲਸੇ ਰਾਜ ਦਾ ਸਿੱਕਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਕਰੰਸੀ ਚੱਲੀ ਨਾਂ ਦੀ, ਉਹ ਬਚਨ ਕੀਤਾ। ਇਸ ਤਰ੍ਹਾਂ ਕਹਿੰਦੇ 10 ਪਾਤਸ਼ਾਹੀਆਂ ਤੋਂ ਬਾਅਦ ਫਿਰ ਖਾਲਸਾ ਰਾਜ ਕਰੇਗਾ। ਉਹ ਜਿਹੜਾ ਬਚਨ ਪੂਰਾ ਕਰਾਂਗੇ ਤਬ ਤੁਰਕਨ ਹੋਵੇ ਬਲਹੀਨੰ। ਤੇ ਫੇਰ ਸਨੇ ਸਨੇ ਹੌਲੀ ਹੌਲੀ ਤੁਰਕਾਂ ਦਾ ਸਾਰਾ ਰਾਜ ਹੀ ਨਾਸ, ਤੇ ਸਾਰਾ ਬਲ ਹੀ ਇਹਨਾਂ ਦੀਆਂ ਕਚਹਿਰੀਆਂ ਕੋਟ ਤੇ ਮਦਰਸੇ ਜਿਹੜੇ ਨਾਸ ਹੋ ਜਾਣਗੇ। ਜਿਹੜੇ ਜਿਹੜੇ ਸ਼ਰਧਾ ਵਾਲੇ ਹੋਣਗੇ ਉਹ ਰਹਿ ਜਾਣਗੇ, ਬਾਕੀ ਸਾਰੇ ਇਹਨਾਂ ਜ਼ੁਲਮ ਕਰਨ ਵਾਲਿਆਂ ਦਾ ਨਾਸ ਹੋ ਜਾਵੇਗਾ। ਕਰਹਿ ਪਰਸਪਰ ਮੇਲ ਜੇ ਸੋ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਰਹਿ ਪਰਸਪਰ ਮੇਲ ਜੇ ਸੋਊ। ਫਿਰ ਅੱਗੇ ਜਿਹੜਾ ਖਾਲਸਾ ਚੇਲਾ ਹੋਵੇਗਾ ਮਰਦ ਦਾ, ਭਾਵ 10ਵੇਂ ਰੂਪ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕੇ ਵਾਲੇ ਤੋਂ ਬਾਅਦ ਖਾਲਸਾ ਜਿਹੜਾ ਚੇਲਾ ਹੋਵੇਗਾ ਨਾ, ਫਿਰ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਇਹ ਕਿਹਦੇ ਪੁੱਛਣ ਤੇ, ਭਾਈ ਲਾਲੋ ਦੇ ਪੁੱਛਣ ਤੇ ਦੱਸਦੇ ਆ ਖਾਲਸਾ ਵੀ ਇਹਨਾਂ ਦਾ 219 ਸਾਲ ਰਹੂਗਾ। ਫਿਰ 1797 ਤੋਂ ਖਾਲਸੇ ਦਾ ਰਾਜ ਅੱਗੇ ਹੋਣ ਦੇ ਅਸਾਰ ਬਣ ਜਾਣਗੇ। ਫਿਰ ਖਾਲਸਾ ਜਿਹੜਾ ਹੋਵੇਗਾ ਉਹ ਤੁਰਕਾਂ ਦੀਆਂ ਸਫਾਂ ਉਠਾ ਦੇਵੇਗਾ, ਤੇ ਫਿਰ ਜੇ ਆਪਸ ਦੇ ਵਿੱਚ ਮਿਲ ਕਰਕੇ ਚੱਲੇਗਾ ਸਾਰਾ ਖਾਲਸਾ ਪੰਥ। ਬਦੇ ਰਾਜ ਦੁਸ਼ਟਨ ਕਰ ਖੋਊ। ਤੇ ਫਿਰ ਦੁਸ਼ਟ ਡਰਦੇ ਰਹਿਣਗੇ ਤੇ ਖਾਲਸੇ ਦਾ ਰਾਜ ਲੰਮਾ ਸਮਾਂ ਚੱਲਦਾ ਰਹੇਗਾ। ਇੱਥੇ ਸੰਕੇਤ ਦੇ ਦਿੱਤਾ ਜੇ ਆਪਸ 'ਚ ਮੇਲ ਮਿਲਾਪ ਕਰਕੇ ਰੱਖਣਗੇ ਤਾਂ ਰਾਜ ਚੱਲਦਾ ਰਹੇਗਾ, ਜੇ ਨਹੀਂ ਮੇਲ ਮਿਲਾਪ ਕਰਦੇ ਰੱਖਣਗੇ ਤਾਂ ਫਿਰ ਜਿਹੜਾ ਹਾਲ ਹੈ ਤੁਹਾਨੂੰ ਪਤਾ ਹੀ ਹੈ। ਆਪਸ ਵਿੱਚ ਜੇ ਕਰੇ ਲੜਾਈ। ਕਹਿੰਦੇ ਜੇ ਆਪਸ ਦੇ ਵਿੱਚ ਲੜਨਗੇ, ਇੱਕ ਦੂਜੇ ਦੀਆਂ ਲੱਤਾਂ ਖਿੱਚਣਗੇ ਖਾਲਸੇ, ਰਿਸ ਬਸ ਹੋਏ ਕੈ ਸੋ ਦੁਖ ਪਾਈ। ਫੇਰ ਹਉਮੈ ਹੰਕਾਰ ਚਾ ਕੇ ਆਪ ਵੀ ਕ੍ਰੋਧ ਦੇ ਵਿੱਚ ਗਲਤਾਨ ਹੋ ਕੇ ਤੇ ਕਹਿੰਦੇ ਫੇਰ ਖਾਲਸਾ ਰਾਜ ਵੀ ਖਿੰਡ ਜਾਊਗਾ, ਫਿਰ ਨਾਸ ਹੋ ਕੇ ਦੁੱਖ ਪਾਉਣਗੇ। ਤੇ ਫੇਰ ਆਪਾਂ ਰੋਜ਼ ਪੜਿਆ ਕਰਾਂਗੇ ਖੁਆਰ ਹੋਏ ਸਾ ਮਿਲेंगे ਬਚੇ ਸ਼ਰਨ ਜੋ ਹੋਏ। ਫਿਰ ਇਹ ਪੜਨਾ ਪਿਆ ਕਰੂਗਾ, ਉਹ ਹੁਣ ਪੜੀ ਜਾਂਦੇ ਆਪਾਂ। ਖੁਆਰ ਹੋ ਕੇ ਮਿਲਦੇ ਆ, ਮਿਲਿਆ ਜਾਂਦਾ ਨਹੀਂ, ਰੋਜ਼ ਖੁਆਰ ਹੁੰਨੇ ਆ, ਹਰ ਸਤਲ ਤੇ ਖੁਆਰ ਹੁੰਨੇ ਆ, ਖੁਆਰੀ ਜਿਹੜੀ ਵਧੀ ਜਾਂਦੀ ਆ। ਤੇ ਉਹ ਜਿਹੜਾ ਖੁਆਰ ਹੋ ਕੇ ਫੇਰ ਕਹਿੰਦੇ ਇੱਕ ਵਾਰ ਮੇਲਾ ਹੌਲੀ ਹੌਲੀ ਬਣ ਜਾਊਗਾ, ਫਿਰ ਮਿਲ ਪੈਣਗੇ ਚੋਟਾਂ ਖਾ ਕੇ। ਕਹਿੰਦੇ ਜੇ ਰਲ ਕਰਕੇ ਚੱਲਣਗੇ ਤੇ ਫਿਰ ਸਾਰੇ ਸੁੱਖ ਮਿਲਣਗੇ, ਤੇ ਜੇ ਪਾਟਕ ਪਾਉਣਗੇ
ਫੇਰ ਕਹਿੰਦੇ ਭਾਈ ਦੁੱਖ ਪਾਉਣਗੇ, ਚੋਟਾਂ ਖਾਣਗੇ। ਨਾਨਕ ਬਾਣੀ ਸੱਚ ਬਖਾਨੈ ਹੈ। ਕਹਿੰਦੇ ਨਾਨਕ ਬਾਣੀ ਸੱਚ ਵਖਾਣਦਾ। ਜੋ ਗੱਲ ਕਹੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਸੱਤ ਕਹੀ ਆ। ਜਿਹੜੀ ਧੁਰਕੀ ਬਾਣੀ ਆਈ ਉਸ ਦਾ ਉਚਾਰਨ ਕੀਤਾ ਹੈ ਭਾਈ ਲਾਲੋ ਨੂੰ ਕਹਿੰਦੇ ਹਨ ਪ੍ਰਗਟ ਹਵੈ ਨਰ ਤਵਹੀ ਜਾਣੈ ਹੈ। ਮਹਾਰਾਜ ਕਹਿੰਦੇ ਬਾਣੀ ਵੀ ਬੀਜ ਵਰਗੀ ਹੁੰਦੀ ਆ ਭਾਈ, ਕਹੀ ਹੋਈ ਤੇ ਇੱਕਦਮ ਕੋਈ ਅਲਾਦੀਨ ਦਾ ਚਿਰਾਗ ਨਹੀਂ ਵੀ ਐ ਫੁੱਟਿਆ ਆਊਗਾ। ਜਦੋਂ ਬੀਜ ਕਹਿੰਦੇ ਪ੍ਰਗਟ ਹੋ ਕੇ ਪਤਾ ਲੱਗੂ ਸੰਸਾਰ ਨੂੰ, ਫੇਰ ਇਹਨਾਂ ਨੂੰ ਗਿਆਨ ਆਊਗਾ। ਜਦੋਂ ਬੀਜ ਤੋਂ ਪੁੰਗਰ ਕੇ ਬਚਨ ਸੱਤ ਹੋਏ ਨਾ ਕਹੇ ਹੋਏ ਸਮੇਂ ਦੇ ਨਾਲ, ਤੇ ਫੇਰ ਕਹਿੰਦੇ ਭਾਈ ਇਹਨਾਂ ਨੂੰ ਪਤਾ ਲੱਗੇਗਾ। ਇੱਕੋ ਵਾਰ ਤਾਂ ਐਂ ਸਮਝਦੇ ਹੋਣੇ ਵੀ ਇਹ ਤਾਂ ਕਵਿਤਾ ਉਚਾਰੀ ਜਾਂਦੇ ਆ, ਇਹ ਤਾਂ ਗੀਤ ਗਾਈ ਜਾਂਦੇ ਆ, ਪਰ ਜਦੋਂ ਇਹਦੇ ਅਰਥ ਨੇ ਜਿਹੜੇ ਗੋਹਜ ਉਹ ਸੰਸਾਰ ਦੇ ਸਾਹਮਣੇ ਰਾਜਨੀਤਿਕ ਸਤਲ ਬਦਲ ਗਿਆ, ਤਾਂ ਇਹ ਭਵਿੱਖ ਆਖਿਆ ਮਹਾਰਾਜ ਜੀ ਨੇ। ਤਾਂ ਫੇਰ ਕਹਿੰਦੇ ਵਿਚਾਰਨਗੇ ਵੀ ਨਾਨਕ ਨੇ ਠੀਕ ਹੀ ਕਿਹਾ ਸੀ, ਨਾਨਕ ਦੀ ਬਾਣੀ ਠੀਕ ਠਾਕ ਹੀ ਆ। ਫਿਰ ਸਿਰ ਝੁਕਾਉਣਗੇ ਕਹਿੰਦੇ ਬਾਣੀ ਨੂੰ ਗੁਰੂ ਮੰਨ ਕੇ। ਇਸ ਤਰ੍ਹਾਂ ਨਾਲ ਕਹਿੰਦੇ ਪ੍ਰਗਟ ਹੀ ਬਚਨ ਜਿਹੜੇ ਆਖੇ ਹਨ ਸੱਚ ਦੇ। ਸਰਬ ਖਾਨ ਅਬ ਹੋਏ ਨਿਧਨ। ਹੁਣ ਇਹਨਾਂ ਦੇ ਅੰਤ ਦਾ ਵੇਲਾ ਆ ਗਿਆ ਤੇ ਹੱਲਾ ਹੋਣ ਵਾਲਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਵੇਰ ਤੱਕ ਹੱਲਾ ਹੋ ਜਾਣਾ। ਇੱਥੇ ਆ ਗਏ ਹੁਣ ਕਰਦੇ ਕਰਦੇ ਬਚਨ ਇਹ ਕਹਿੰਦੇ ਸਾਰੇ ਮੁਗਲਾਂ ਨੇ, ਬਾਬਰ ਨੇ, ਇਹਨਾਂ ਖਾਨਾਂ ਨੂੰ ਜਿਹੜਾ ਸਾਰੀ ਸਲਤਨਤ ਵਿਨਾਸ਼, ਪਾਣੀਪਤ ਤੱਕ ਕਹਿੰਦੇ ਤਲਵਾਰ ਚੱਲਦੀ ਜਾਣੀ ਆ। ਇੱਥੋਂ ਤੋਂ ਲਾ ਤਲਵਾਰ ਚੱਲਦੀ ਚੱਲਦੀ ਕਹਿੰਦੇ ਲਾਹੌਰੋਂ ਪਾਣੀਪਤ ਤੱਕ ਕਹਿੰਦੇ ਤਲਵਾਰ ਬੰਦ ਨਹੀਂ ਹੋਣੀ, ਚੱਲਦੀ ਜਾਣੀ ਹੈ। ਇਸ ਤਰ੍ਹਾਂ ਨਾਲ ਕਹਿੰਦੇ ਬੰਦੂਕ ਚੱਲਦੀ ਜਾਣੀ ਹੈ ਪਾਣੀਪਤ ਤੱਕ, ਲਾਹੌਰ ਤੋਂ ਲੈ ਕੇ। ਇਹ ਬਚਨ ਮਹਾਰਾਜ ਜੀ ਨੇ ਕੀਤੇ ਹਨ। ਚਲੇ ਤੁਫੰਗ ਕਟਾਰ ਕਿਰਪਾਨ। ਮਹਾਰਾਜ ਕਹਿੰਦੇ ਬੰਦੂਕਾਂ ਹਜ਼ਾਰਾਂ ਚੱਲਣਗੀਆਂ, ਕਿਰਪਾਨਾਂ ਤੇ ਕਟਾਰਾਂ ਭਾਵ ਮੁੱਠ ਭੇਡ ਦੇ ਸ਼ਸਤਰ। ਕਟਾਰਾਂ ਮੁੱਠ ਭੇਡ ਦੇ, ਜਿਵੇਂ ਕਾਰਬੈਨ ਮੁੱਠ ਭੇਡ ਦਾ ਸ਼ਸਤਰ ਹੈ, ਨੇੜੇ ਨੇੜੇ 100-200 ਤੇ ਚਲਾਉਣ ਵਾਸਤੇ, ਉਹ ਬੇਅੰਤ ਚੱਲਣਗੇ ਸ਼ਸਤਰ। ਮੁੱਠ ਭੇਡ ਦੇ ਸ਼ਸਤਰ ਬਹੁਤ ਚੱਲਣਗੇ। ਪੁਰ ਲੁੱਟ ਜਾਏ ਤਰਾਸ ਬਹੁਤ ਹੋਈ। ਕਹਿੰਦੇ ਸਾਰਾ ਵਿਰਾਨ ਹੋ ਜਾਊਗਾ ਭਾਈ, ਸਾਰਾ ਏਮਨਾਬਾਦ ਸੈਦਪੁਰ ਲੁੱਟਿਆ ਪੁੱਟਿਆ ਜਾਊਗਾ। ਇੱਥੋਂ ਤੱਕ ਦਰਖਤਾਂ ਤੱਕ ਨੂੰ ਅੱਗਾਂ ਲਾ ਦੇਣਗੇ। ਜਿਹੜੇ ਦਰਖਤ ਨੇ ਨਾ ਖੜੇ ਆ, ਸੁੰਦਰ ਸੋਭਾ ਮਹਿਲ ਮਾੜੀਆਂ 10-10 ਮੰਜ਼ਲੀਆਂ ਬਿਲਡਿੰਗਾਂ, ਕਹਿੰਦੇ ਦਰਖਤਾਂ ਤੱਕ ਨੂੰ ਅੱਗਾਂ ਲਾ ਦੇਣਗੇ। ਇਹੋ ਜਿਹਾ ਹਾਲ ਹੋਊਗਾ, ਭੂਤ ਨਗਰੀ ਬਣਾ ਦੇਣਗੇ। ਨਹੀਂ ਸਬੂਤ ਬਚੈ ਅਬ ਕੋਈ ਸਬੂਤ ਨਹੀਂ ਬਚੂਗਾ, ਸਬੂਤ ਨਹੀਂ ਛੱਡਣਗੇ। ਕੋਈ ਕਿਸੇ ਨੂੰ ਨਹੀਂ ਪੁੱਛੂਗਾ ਬਾਅਦ ਦੇ ਵਿੱਚ ਬਈ ਆਹ ਅਦਾਲਤ ਲੱਗੀ ਆ, ਕਿਹਨੇ ਫੂਕ ਤੇ, ਕਿਹੜਾ ਵੱਢ ਕੇ ਸਿੱਟ ਗਿਆ, ਕਿਹੜਾ, ਕਹਿੰਦੇ ਕਿਸੇ ਨੇ ਨਹੀਂ ਪੁੱਛਣਾ। ਕੋਈ ਸਬੂਤਾ ਨਹੀਂ ਬਚੂਗਾ, ਕੋਈ ਘਰ ਕਹਿੰਦੇ ਸਬੂਤਾ ਨਹੀਂ ਬਚੂਗਾ ਜਿਹਦੀ ਇੱਟ ਨਾਲ ਇੱਟ ਨਹੀਂ ਵੱਜੂਗੀ। ਇਹ ਪ੍ਰਸੰਗ ਸਭ ਗੁਰੂ ਬਖਾਨਾ। ਇਹ ਸਾਰਾ ਪ੍ਰਸੰਗ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਏਮਨਾਬਾਦ ਦੇ ਹੱਲੇ ਦਾ ਆਖਿਆ ਹੈ। ਸੁਨਤ ਹੋ ਤੋ ਇੱਕ ਦਿਜ ਮਤਵਾਨਾ। ਉੱਥੇ ਮਹਾਰਾਜ ਜੀ ਦੇ ਕੋਲ ਬੈਠਾ ਨਾ ਇੱਕ ਪੰਡਤ ਵੀ ਸੁਣੀ ਜਾਂਦਾ ਸੀ ਇਹ ਬਚਨ ਸਾਰੇ। ਜਿਹੜੇ ਨਾ ਬ੍ਰਾਹਮਣ ਸੀਗਾ, ਉਹਦੇ ਸ਼ਰਧਾ ਪੈਦਾ ਹੋਈ ਬਚਨ ਸੁਣਦਿਆਂ ਬੈਠਾ ਮਹਾਰਾਜ ਜੀ ਦੇ ਕੋਲ। ਲਖਿਓ ਕੇ ਸੰਤ ਸੰਪੂਰਨ ਕੋਈ। ਉਹਨੇ ਜਾਣਿਆ ਵੀ ਇਹ ਕੋਈ ਵੱਡੇ ਸੰਪੂਰਨ ਸੰਤ ਨੇ ਜੋ ਇਹ ਬਚਨ ਕਰ ਰਹੇ ਹਨ। ਉਚਰਿਓ ਸ਼ਬਦ ਗਜਬ ਕਾ ਜੋਈ। ਫਿਰ ਉਹਨੇ ਸ਼ਬਦ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨਾ ਕੀਤਾ ਹੈ, ਇਹ ਵੀ ਸਾਰਾ ਜੈਸੀ ਮੈਂ ਆਵੇ ਖਸਮ ਕੀ ਬਾਣੀ, ਇਹ ਵੀ ਸਾਰਾ ਅਰਥ ਸੰਯੁਕਤ ਜਾਣਨਾ ਸੁਣਨਾ ਕੀਤਾ। ਗਜਬ ਦਾ ਸ਼ਬਦ, ਹੈਰਾਨ ਕਰ ਦੇਣ ਵਾਲਾ ਸ਼ਬਦ, ਜਿਹਦੇ ਵਿੱਚ ਸਾਰੀ ਸਥਿਤੀ ਪਰੋ ਦਿੱਤੀ ਮਹਾਰਾਜ ਜੀ ਨੇ। ਔਰ ਡਰ ਧਰ ਕੇ ਸਦਨ ਸਿਧਾਰ। ਇਹ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਡਰ ਕੇ ਆਪਦੇ ਘਰ ਦੇ ਵਿੱਚ ਜਿੱਥੇ ਵੀ ਇਹਦਾ ਝੁੱਗਾ ਝੌਂਪੜਾ ਸੀ ਚਲਿਆ ਗਿਆ। ਆਨਿਓ ਬਹੁ ਪਕਵਾਨ ਆਹਾਰ। ਕਈ ਚੀਜ਼ਾਂ ਪੱਕੀਆਂ ਹੋਈਆਂ ਕਹਿੰਦੇ ਇਹਨੇ ਲਿਆਂਦੀਆਂ ਉਸ ਵੇਲੇ ਛਕਣ ਛਕਾਉਣ ਵਾਸਤੇ। ਆਪਣੇ ਘਰ ਦੇ ਵਿੱਚੋਂ ਖੀਰ ਪੂੜੀਆਂ ਚੱਕ ਕੇ ਲੈ ਆਇਆ। ਹੋਏ ਦੀਨ ਤਰ ਦੀਨ ਅਗਾਰੀ। ਕਹਿੰਦੇ ਮਹਾਰਾਜ ਜੀ ਦੇ ਅੱਗੇ ਲਿਆ ਕੇ ਕਈ ਵਸਤੂਆਂ ਰੱਖ ਦਿੱਤੀਆਂ ਹਨ, ਕਈ ਬਰਤਨਾਂ ਭਾਂਡਿਆਂ ਦੇ ਵਿੱਚ। ਹੱਥ ਜੋੜ ਕੇ ਗਿਰਾ ਉਚਾਰੀ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਹੱਥ ਜੋੜ ਕੇ ਕਹਿਣ ਲੱਗਾ ਹੈ, ਇਹ ਆਹਾਰ ਦੇਹੋ ਸੰਤਨ ਖਵਾਈ। ਇਹ ਮਹਾਰਾਜ ਤੁਸੀਂ ਖਾ ਲਓ, ਨਾਲੇ ਆ ਸੰਤਾਂ ਨੂੰ ਖਵਾ ਦਿਓ। ਜਿਹੜੇ ਕੋਲ ਸਾਧੂ ਗੋਬਿੰਦ ਲੋਕ ਆ, ਜੇ ਉੱਥੇ ਬੈਠੇ ਨਾ ਉਹ ਗੋਬਿੰਦ ਲੋਕ ਆ ਜਿਨ੍ਹਾਂ ਨੂੰ ਲੈਣ ਵਾਸਤੇ ਭੇਜਿਆ। ਇਸ ਤਰ੍ਹਾਂ ਮਿਲਿਆ ਹੀ ਨਹੀਂ ਕੁਛ। ਲਾਲੋ ਨੇ ਲਿਆ ਕੇ ਛੋਲੇ ਹੀ ਅੱਗੇ ਰੱਖ ਦਿੱਤੇ। ਤਾਂ ਕਹਿੰਦਾ ਜੀ ਇਹਨਾਂ ਨੂੰ ਇਹ ਪੋਲੇ ਭੋਜਨ, ਛੋਲੇ ਕਿੰਨੇ ਕੁ ਚੱਬਣਗੇ ਇਹ, ਇਹਨਾਂ ਨੂੰ ਪੋਲੇ ਭੋਜਨ ਜਿਹੜੇ ਛਕਾ ਦਿਓ। ਤ੍ਰਿਪਤੇ ਸਰਬ ਚੁਦਾ ਮਿਟ ਜਾਈ। ਜਦੋਂ ਤ੍ਰਿਪਤ ਹੋ ਜਾਣਗੇ ਭੁੱਖ ਮਿਟ ਜਾਊਗੀ, ਇਹਨਾਂ 'ਚ ਜਾਨ ਪੈ ਜਾਊਗੀ। ਰਾਵਰ ਸ਼ਬਦ ਜੋ ਪਾਖਿਓ ਕਰੂਰਾ। ਫਿਰ ਉਹ ਪੰਡਤ ਨੇ ਜਿਹਦਾ ਨਾਂ ਸ਼ਰਧਾਨੰਦ ਸੀ, ਇਹਨੇ ਫਿਰ ਸਤਿਗੁਰੂ ਸਾਹਿਬ ਜੀ ਨੂੰ ਆਖਿਆ ਕਿ ਆਪ ਜੀ ਨੇ ਸ਼ਬਦ ਜਿਹੜੇ ਬੜੇ ਕੌੜੇ ਆਖੇ ਆ।
ਕੌੜੇ ਨਹੀਂ, ਭਾਵ ਕਿ ਬਹੁਤ ਵੀਰ ਰਸ ਦੇ ਵਿੱਚ ਬੜੇ ਕੌੜੇ ਨਾਮ ਸੱਚਿਆਂ ਦਾ ਹੈ। ਕੌੜਿਆਂ ਦਾ ਉਹ ਨਹੀਂ ਵੀ ਗਾਲਾਂ ਕੱਢੀਆਂ ਜਾਂ ਕਿਸੇ ਦੇ ਡਾਂਗ ਮਾਰ ਦਿੱਤੀ, ਇੱਕ ਤਾਂ ਉਹ ਕੌੜੇ ਹੁੰਦੇ ਆ, ਇੱਕ ਕੌੜੇ ਹੁੰਦੇ ਆ ਸੱਚ। ਸੱਚ ਕੌੜਾ ਹੁੰਦਾ ਹੈ। ਕਹਿਣ ਤੋਂ ਭਾਵ ਕਿ ਤੁਸੀਂ ਜਿਹੜਾ ਮਹਾਰਾਜ ਬੜਾ ਸੱਚ ਬਿਆਨ ਕਰੜਾ ਜਿਹੜਾ ਸੱਚ ਹੈ ਉਹ ਬਿਆਨ ਕਰ ਦਿੱਤਾ। ਲੁੱਟਨ ਨਗਰ ਖਾਨਨ ਹਿਤ ਦੂਰਾ। ਤੇ ਇਹ ਜਿਹੜਾ ਸਾਰੇ ਖਾਨਾਂ ਦੀ ਸਲਤਨਤ ਏਮਨਾਬਾਦ ਸੈਦਪੁਰ ਦੇ ਵਿੱਚੋਂ ਮਹਾਰਾਜ ਦੂਰ ਕਰਨ ਵਾਸਤੇ ਆਪ ਜੀ ਨੇ ਬਚਨ ਕਰਤੇ। ਹੁਣ ਕੀ ਹੋਊਗਾ ਮਹਾਰਾਜ, ਇੱਥੇ ਇਹ ਨਾਸ ਹੋ ਜਾਣਗੇ ਸਾਰੇ, ਜੋ ਏਡੇ ਏਡੇ ਮਹਿਲ, ਇੰਨੇ ਘੋੜੇ ਹਾਥੀ, ਇੰਨੇ ਕਿਲੇ ਤੇ ਇੰਨੀ ਇਹਨਾਂ ਦੀ ਸਦਾ ਬਹਾਰ ਰੰਗੀਨ ਜ਼ਿੰਦਗੀ, ਤੇ ਮਹਾਰਾਜ ਕੀ ਬਣੂਗਾ ਹੁਣ ਇਹਨਾਂ ਦਾ। ਸੋ ਨਿਜ ਬਚਨ ਫੇਰ ਕਰ ਦੀਜੈ। ਸੱਚੇ ਪਾਤਸ਼ਾਹ ਇਹ ਨਗਰ ਨੂੰ ਲੁੱਟੇ ਜਾਣ, ਬਰਬਾਦ ਹੋਣ ਤੋਂ ਬਚਾ ਲਓ, ਆਪਦਾ ਬਚਨ ਵਾਪਸ ਲੈ ਲਓ। ਇਹ ਬਚਨ ਹੈ ਜਿਹੜਾ ਤੁਸੀਂ ਕੀਤਾ ਬੜਾ ਕਰੜਾ, ਬੜਾ ਸੱਚਾ, ਬੜਾ ਕਠੋਰ ਹੈ, ਤੇ ਮਹਾਰਾਜ ਇਹ ਬਚਨ ਤੁਸੀਂ ਵਾਪਸ ਲੈ ਲਓ। ਚੀਜ਼ਾਂ ਅੱਗੇ ਰੱਖ ਕੇ ਕਹਿੰਦਾ ਇਹ ਛਕ ਲਓ ਮਿੱਠੀਆਂ ਚੀਜ਼ਾਂ, ਤੇ ਇਹ ਬਚਨ ਨੂੰ ਵਾਪਸ ਕਰ ਲਓ ਕਿਰਪਾ ਕਰਕੇ। ਮਹਾਂਪੁਰਖ ਤੁਮ ਕਰਨਾ ਕੀਜੈ। ਮਹਾਰਾਜ ਤੁਸੀਂ ਮਹਾਂਪੁਰਖੋਂ, ਤੁਸੀਂ ਕਿਰਪਾ ਕਰ ਸਕਦੇ ਹੋ। ਤੁਸੀਂ ਕਮਾਨ ਤੀਰ ਦੇ ਵਿੱਚੋਂ, ਕਮਾਨ ਚੋਂ ਚੱਲੇ ਹੋਏ ਤੀਰ ਨੂੰ ਵੀ ਮੋੜ ਸਕਦੇ ਹੋ। ਨਹੀਂ ਚੱਲੇ ਹੋਏ ਤੀਰ ਨੂੰ ਮੋੜਨਾ ਔਖਾ ਹੁੰਦਾ, ਜਿਹੜਾ ਚੱਲ ਜਾਵੇ ਉਹਨੂੰ ਨਹੀਂ ਕੋਈ ਮੋੜ ਸਕਦਾ, ਜਿਹੜਾ ਚੱਲ ਹੀ ਗਿਆ ਜਦੋਂ ਫੇਰ ਕੀ ਉਹਦਾ ਮੋੜਨਾ। ਪਰ ਜਿਹੜੇ ਮਹਾਂਪੁਰਖ ਹੁੰਦੇ ਆ, ਗਈ ਵਹੋੜ ਬੰਦੀ ਛੋੜ, ਉਹ ਗਈ ਹੋਈ ਨੂੰ, ਲੰਘੀ ਹੋਈ ਨੂੰ ਭਾਈ ਕਮਾਨ ਚੋਂ ਚੱਲੇ ਨੂੰ ਵੀ ਕਹਿੰਦੇ ਮੋੜ ਸਕਦੇ ਹੁੰਦੇ ਆ। ਤਾਂ ਇਸ ਤਰ੍ਹਾਂ ਬਚਨ ਕੀਤਾ ਕਿ ਮਹਾਰਾਜ ਤੁਸੀਂ ਚੱਲੇ ਹੋਏ ਬਚਨ ਨੂੰ ਵੀ ਮੋੜ ਸਕਦੇ ਹੋ, ਰੋਕ ਸਕਦੇ ਹੋ, ਤੁਹਾਡੇ ਵਿੱਚ ਸਾਰੀਆਂ ਤਾਕਤਾਂ ਹਨ। ਚੱਲ ਆਇਓ ਮੈਂ ਸ਼ਰਨ ਤੁਮਾਰੀ। ਇਸ ਕਰਕੇ ਮਹਾਰਾਜ ਬਾਕੀਆਂ ਨੇ ਕਈ ਵਿੱਚ ਚੰਗੇ ਵੀ ਨੇ, ਉਹਨਾਂ ਨੇ ਤਾਂ ਨਹੀਂ ਕੋਈ ਜਿਹੜਾ ਗੁਨਾਹ ਕੀਤਾ। ਮੈਂ ਤਾਂ ਆਪ ਜੀ ਦੀ ਸ਼ਰਨ ਪੈ ਕੇ ਇਹ ਬੇਨਤੀ ਕਰਦਾ ਹਾਂ ਵੀ ਸਾਰੇ ਮਾਰੇ ਜਾਣਗੇ। ਕਿੰਨੇ? ਕਹਿੰਦੇ ਉਸ ਵੇਲੇ 2 ਲੱਖ ਦੀ ਆਬਾਦੀ ਸੀ ਏਮਨਾਬਾਦ ਸੈਦਪੁਰ ਦੀ, 2 ਲੱਖ ਦੀ, ਤੇ 2 ਲੱਖ ਦੇ ਵਿੱਚੋਂ ਬਸ 15,000 ਉਹ ਵੀ ਜਿਹੜੇ ਸੋਹਣੇ ਸੋਹਣੇ ਕੁੜੀਆਂ ਮੁੰਡੇ ਉਹਨਾਂ ਨੇ ਬੰਨ ਲਏ ਲੈ ਕੇ ਜਾਣ ਨੂੰ। ਬਾਕੀ ਸਾਰਿਆਂ ਨੂੰ ਕਿਸੇ ਨੂੰ ਨਹੀਂ ਛੱਡਿਆ, ਮਾਰ ਦਿੱਤੇ, ਵੱਢ ਦਿੱਤੇ, ਟੁੱਕ ਦਿੱਤੇ। ਐਸਾ ਜਿਹੜਾ ਲੁੱਟ ਲਟਈਆ ਕੀਤਾ। ਇਸ ਤਰ੍ਹਾਂ ਨਾਲ ਕਹਿੰਦੇ ਇਹ ਜੀ ਬਚਨ ਵਾਪਸ ਲੈ ਲਓ, ਮੈਂ ਆਪ ਜੀ ਦੀ ਸ਼ਰਨ ਹਾਂ। ਅਬ ਹਮਰੀ ਕੀਜੈ ਰਖਵਾਰੀ। ਤੇ ਹੁਣ ਜਿਹੜਾ ਮਹਾਰਾਜ ਜੀ ਸਾਡੀ ਰਖਵਾਲੀ ਤੁਸੀਂ ਕਰ ਸਕਦੇ ਹੋ, ਹੋਰ ਨਹੀਂ ਕੋਈ ਕਰ ਸਕਦਾ। ਸ੍ਰੀ ਗੁਰੂ ਕਹੈ ਸੁਨੋ ਦਿਜ ਐਸੇ। ਤਾਂ ਉਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ, ਬਚਨ ਕੀਤਾ ਕਿ ਆ ਪੰਡਤ ਜੀ ਸੁਣਨਾ ਕਰੋ। ਸੰਤ ਬਚਨ ਹੈ ਗਜ ਰਜ ਜੈਸੇ। ਜਿਹੜੇ ਸੰਤ ਬਚਨ ਹੈ ਗਾਜਰਾਤ ਜੈਸੇ, ਜਿਵੇਂ ਹਾਥੀ ਦੇ ਦੰਦ ਹੁੰਦੇ ਆ ਨਾ, ਸੰਤਾਂ ਦੇ ਬਚਨ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਹੁੰਦੇ ਆ। ਹਾਥੀ ਦੇ ਦੰਦ ਜਦੋਂ ਬਾਹਰ ਆ ਜਾਣ ਤੇ ਫਿਰ ਬਾਹਰ ਹੀ ਰਹਿੰਦੇ ਆ ਨਾ, ਫਿਰ ਤਾਂ ਨਹੀਂ ਦੁਬਾਰਾ ਵਿੱਚ ਪੈਂਦੇ। ਕਹਿੰਦੇ ਜਿਹੜੇ ਸੰਤਾਂ ਦੇ ਬਚਨ ਹੁੰਦੇ ਆ, ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਾਈ ਉਹ ਅਮੋੜ ਤੇ ਅਕੱਟ ਹੁੰਦੇ ਆ। ਜਿਹੜੇ ਬਚਨ ਧੁਰਕੀ ਬਾਣੀ ਦੇ ਆਖ ਦਿੱਤੇ, ਉਹਨਾਂ ਨੂੰ ਮੋੜ ਕੇ ਸ਼ਬਦਾਂ ਨੂੰ ਦੁਬਾਰਾ ਬਦਲਿਆ ਨਹੀਂ ਜਾ ਸਕਦਾ। ਅਕਾਲ ਪੁਰਖ ਦੇ ਜਾ ਕੇ ਕਹਾਂ ਮੈਂ ਵੀ ਆਹ ਸ਼ਬਦ ਮਹਾਰਾਜ ਬਦਲੋ, ਆ ਤੁਸੀਂ ਗਲਤ ਹੁਕਮ ਦੇਤਾ, ਮੈਂ ਕਿਵੇਂ ਜਾ ਕੇ ਮਹਾਰਾਜ ਕਹਿੰਦੇ ਕਹਿ ਸਕਦਾ ਹਾਂ। ਉਹਨਾਂ ਨੇ ਤਾਂ ਅਟੱਲ ਹੁਕਮ ਦੇ ਦਿੱਤੇ ਆ, ਮੈਂ ਨਹੀਂ ਜਾ ਕੇ ਕਹਿ ਸਕਦਾ ਕਿ ਆ ਮਹਾਰਾਜ ਤੁਸੀਂ ਗਲਤ ਹੁਕਮ ਦੇ ਦਿੱਤਾ, ਹੁਕਮ ਬਦਲੋ, ਸ਼ਬਦ ਬਦਲੋ। ਇਹ ਬਾਣੀ ਨਹੀਂ ਬਦਲੀ ਜਾ ਸਕਦੀ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਕਹਿੰਦੇ ਜਿਹੜੇ ਬਚਨ ਹੁੰਦੇ ਆ ਨਾ, ਇਹ ਇਸ ਤਰ੍ਹਾਂ ਹੁੰਦੇ ਆ ਜਿਵੇਂ ਹਾਥੀ ਦੇ ਦੰਦ ਹੁੰਦੇ ਹਨ। ਇੱਕ ਵਾਰ ਜੇ ਬਹਿਰ ਨਿਕਾਸੇ। ਜਦੋਂ ਇੱਕ ਵਾਰ ਹਾਥੀ ਦੇ ਦੰਦ ਬਾਹਰ ਨਿਕਲ ਆਉਂਦੇ ਹਨ, ਕਿਉਂਕਿ ਖਾਣ ਵਾਲੇ ਹੋਰ ਹੁੰਦੇ ਆ, ਉਹਦੇ ਜਿਹੜੇ ਬਾਹਰ ਨਿਕਲਦੇ ਆ ਉਹਨਾਂ ਨਾਲ ਖਾਂਦਾ ਨਹੀਂ ਹੈ, ਉਹ ਤਾਂ ਗਾਹਾਂ ਵਧੇ ਹੁੰਦੇ ਆ, ਦਿਖਾਉਣ ਵਾਸਤੇ ਹੀ ਹੁੰਦੇ ਆ। ਤਾਂ ਹੀ ਇਹ ਮੁਹਾਵਰਾ ਬਣਿਆ ਕਿ ਖਾਣੇ ਕੇ ਔਰ ਦਿਖਾਣੇ ਕੇ ਔਰ। ਇਹ ਪਖੰਡੀ ਲੋਕਾਂ ਤੇ ਵੀ ਮੁਹਾਵਰਾ ਬਣਾਉਣਾ ਕੀਤਾ ਇਹ, कि बगल में छुरी, मुख में राम राम, हाथी के दांत, दिखाने के और खाने के और। भी करदा कुछ होर है, अंदर कुछ होर है। ਮੂੰਹ ਦੇ ਵਿੱਚ ਰਾਮ ਰਾਮ ਹੈ, ਉੱਦਾਂ ਛੁਰੀ ਚੱਕੀ ਹੈ ਵੀ ਜਦੋਂ ਮਿਲ ਗਿਆ ਮਾਰ ਕੇ ਝੋਲਾ ਖੋਹ ਕੇ ਲੈ ਜਾਣਾ। ਤਾਂ ਇਸ ਤਰ੍ਹਾਂ ਦਾ ਕੰਮ ਹੈ ਜਿਹੜਾ ਉਸ ਤੇ ਟਿਕਾਇਆ। ਕਹਿੰਦੇ ਇਹ ਜਿਹੜੇ ਹਾਥੀ ਦੇ ਦੰਦ ਹਨ, ਤਾਂ ਇਹ ਜਿਹੜੇ ਇੱਕ ਵਾਰ ਬਾਹਰ ਆ ਕੇ ਬਾਹਰ ਆਉਣ ਵਾਲੇ ਜਿਹੜੇ ਹਨ, ਫਿਰ ਉਹ ਅੰਦਰ ਪ੍ਰਵੇਸ਼ ਨਹੀਂ ਕਰਦੇ। ਉਨ ਪਰਵਿਸ਼ੈ ਨਹਿ ਕਰੇ ਪ੍ਰਯਾਸੇ। ਕਿੰਨੇ ਹੀ ਕੋਈ ਯਤਨ ਕਰੇ ਭਾਈ, ਫਿਰ ਉਹ ਦੰਦ ਅੰਦਰ ਮੂੰਹ ਦੇ ਟੁੱਟ ਤਾਂ ਜਾਂਦੇ ਹਨ, ਲੋਕ ਤੋੜ ਤਾਂ ਲੈਂਦੇ ਆ ਵੇਚਣ ਨੂੰ, ਪਰ ਮੂੰਹ ਦੇ ਵਿੱਚ ਦੁਬਾਰਾ ਹਾਥੀ ਉਹਨਾਂ ਨੂੰ ਲੁਕੋ ਨਹੀਂ ਸਕਦਾ, ਮੋੜ ਨਹੀਂ ਸਕਦਾ। ਦੋਹਰਾ ਖਾਨਨ ਸਭ ਕੋ ਅੰਤ ਹਵੈ, ਬਚੇ ਨਾ ਇਹ ਥਲ ਕੋਏ। ਇਸ ਕਰਕੇ ਮਹਾਰਾਜ ਜੀ ਕਹਿੰਦੇ ਇਹਨਾਂ ਸਾਰੇ ਖਾਨਾ ਏਮਨਾਬਾਦੀਆਂ ਸੈਦਪੁਰੀਆਂ ਦਾ ਅੰਤ ਹੋਣਾ, ਫਸਤਾ ਫਨਾ ਹੋਣਾ, ਕਿਸੇ ਨੇ ਨਹੀਂ ਬਚਣਾ।
ਸੱਚੇ ਪਾਤਸ਼ਾਹ ਕਹਿੰਦੇ ਅਟਲ ਬਚਨ ਹਨ। ਬਖਸ਼ਿਓ ਤੂੰ ਅਬ ਜਾਵਈ, ਮਿਲਿਓ ਦੀਨ ਮਨ ਹੋਏ। ਮਹਾਰਾਜ ਕਹਿੰਦੇ ਤੈਨੂੰ ਬਖਸ਼ਤਾ, ਤੇਰਾ ਕੁਛ ਨਹੀਂ ਵਿਗੜਦਾ, ਤੈਨੂੰ ਟਾਈਮ ਦੇਤਾ, ਤੂੰ ਆਪਦਾ ਪੰਡਾ ਮੰਨ ਕੇ ਕਿਤੇ ਤੈਨੂੰ ਦੱਸ ਦਿੰਨੇ ਆ ਥਾਂ, ਉੱਥੇ ਜਾ ਕੇ ਲੁੱਕ ਕੇ ਬਹਿ ਜਾ। ਇੱਥੇ ਤਾਂ ਬਰੂਦ ਇੰਨਾ ਬਰਸਣਾ ਬਈ ਅੰਧਾ ਧੁੰਦ ਅੱਗ ਲੱਗ ਸਾਰੇ ਦਰਖਤ ਵੀ ਮੱਚ ਜਾਣੇ ਆ। ਸੱਚੇ ਪਾਤਸ਼ਾਹ ਕਹਿੰਦੇ ਤੂੰ ਬਖਸ਼ਿਆ ਗਿਆ ਹੈ ਤੇ ਤੂੰ ਦੀਨਮਨ ਹੋ ਕੇ ਗਰੀਬੀ ਨਾਲ ਬੇਨਤੀ ਕੀਤੀ ਹੈ, ਇਸ ਕਰਕੇ ਤੈਨੂੰ ਰਾਹ ਦੱਸਦੇ ਹਾਂ। ਚੌਪਈ ਹੈ ਦਿਜ ਲਾਲੋ ਮਿਲ ਕੇ ਦੋ। ਸੱਚੇ ਪਾਤਸ਼ਾਹ ਕਹਿੰਦੇ ਆ ਪੰਡਤ ਜੀ ਤੇ ਲਾਲੋ ਨੂੰ ਕਿਹਾ, ਭਾਈ ਲਾਲੋ ਜੀ ਦੋਵੇਂ ਜਾਣੇ ਮਿਲ ਕਰਕੇ ਕਹੇ ਜੇ ਬਚਨ ਕਰੋ ਅਬ ਸੋ। ਅਸੀਂ ਜੋ ਕਹਿੰਨੇ ਆ ਸਾਡੀ ਗੱਲ ਵੱਲ ਧਿਆਨ ਦੇ ਕੇ ਇਹ ਕੰਮ ਨੂੰ ਕਰਨਾ ਕਰੋ, ਜਲਦੀ, ਟਾਈਮ ਬਹੁਤ ਥੋੜਾ ਹੈ ਹੱਲਾ ਹੋਣ ਦੇ ਵਿੱਚ ਬਾਬਰ ਦਾ। ਨਿਜ ਪਰਿਵਾਰ ਅਬ ਤੁਮ ਜਾਈ। ਆਪਣੇ ਪਰਿਵਾਰਾਂ ਨੂੰ ਤੇ ਆਪਣੇ ਸੰਬੰਧੀਆਂ ਨੂੰ ਜਿਹੜੇ ਨੇੜੇ ਹਨ ਤੁਹਾਡੀ ਨਿਗਾਹ ਦੇ ਵਿੱਚ, ਦੂਰੋਂ ਨਹੀਂ ਤੁਹਾਡੇ ਕੋਲੋਂ ਕਿਸੇ ਨੂੰ ਬੁਲਾਇਆ ਜਾਣਾ। ਸ਼ੁਸ਼ਕ ਤੜਾਗ ਭਿਖੋ ਤੇ ਥਾਈ। ਨਿਜ ਪਰਿਵਾਰ ਲਿਹੋ ਸੰਗਾਰੇ, ਕਹਿੰਦੇ ਇਹ ਸਾਡਾ ਬਚਨ ਕਰੋ, ਆਪਣੇ ਪਰਿਵਾਰਾਂ ਨੂੰ ਨਾਲ ਲਓ, ਆਪਣੀ ਸਭ ਹੀ ਵਸਤ ਸੰਭਾਰੇ, ਸਾਰੀਆਂ ਵਸਤੂਆਂ ਇਕੱਠੀਆਂ ਕਰ ਲਓ। ਚਤਰ ਕੋਸ ਪਰ ਅਬ ਤੁਮ ਜਾਈ, ਕਹਿੰਦੇ 4 ਕੋਹਾਂ ਤੇ ਜਾ ਕਰਕੇ, 4 ਕੋਹ ਕਿੰਨੇ 3 ਮੀਲ 1 ਕੋਹ ਦੇ ਵਿੱਚ ਹਨ। ਤੇ ਇਸ ਤਰ੍ਹਾਂ ਨਾਲ 12 ਕਿਲੋਮੀਟਰ 15 ਕਿਲੋਮੀਟਰ ਦਾ ਜਿਹੜਾ ਮਹਾਰਾਜ ਕਹਿੰਦੇ ਮਾਰ ਕਰੂਗਾ ਇਹ ਹੱਲਾ, 15 ਕਿਲੋਮੀਟਰ ਤੱਕ ਕਹਿੰਦੇ ਮਾਰ ਕਰੂਗੀ ਅੱਗ, ਜਿਹੜਾ ਇੰਨਾ ਕਟਾ ਵੱਢ ਹੋਣੀ ਆ। ਤੇ ਮਹਾਰਾਜ ਨੇ ਉਹ ਥਾਂ ਦੱਸਤਾ ਵੀ ਤੁਸੀਂ ਇੱਥੋਂ 12-15 ਕਿਲੋਮੀਟਰ ਤੇ ਜਾ ਕਰਕੇ ਸ਼ੁਸ਼ਕ ਤੜਾਗ ਪਿਖੋ ਤੇ ਥਾਈ, ਕਹਿੰਦੇ ਖੁਸ਼ਕ ਤਲਾ ਹੈ ਪੁਰਾਣਾ ਢੱਠਾ ਹੋਇਆ ਫਨਾਹ ਹੋਏ ਕਿਸੇ ਪਿੰਡ ਦਾ ਥੇ, ਤੇ ਉੱਥੇ ਮਹਾਰਾਜ ਜੀ ਕਹਿੰਦੇ ਉਹਨਾਂ ਨੇ ਮਹਾਰਾਜ ਜੀ ਨੇ ਦੱਸ ਦਿੱਤਾ ਪੰਡਤ ਤੇ ਭਾਈ ਲਾਲੋ ਨੂੰ, ਇਹ ਬਾਬਰ ਦੇ ਹੱਲੇ ਤੋਂ ਪਹਿਲਾਂ ਇਹ 24 ਘੰਟੇ 36 ਘੰਟੇ ਪਹਿਲਾਂ ਮਹਾਰਾਜ ਜੀ ਨੇ ਬਚਨ ਕੀਤੇ ਆ, ਸਿਰਫ 36 ਘੰਟੇ ਪਹਿਲਾਂ। ਤੇ ਇਸ ਤਰ੍ਹਾਂ ਇਹਨਾਂ ਨੂੰ ਕਿਹਾ ਵੀ ਤੁਸੀਂ ਆਪਣਾ ਸਮਾਨ ਚੱਕ ਕੇ ਇਸ ਹੱਲੇ ਤੋਂ ਬਚਣ ਵਾਸਤੇ ਤੇ ਉਹ ਫਲਾਣੇ ਥਾਂ ਤੇ 12 ਕਿਲੋਮੀਟਰ ਜਾ ਕਰਕੇ ਬੈਠ ਜਾਓ। ਬੈਠੇ ਰਹੀਏ ਸਹਿਤ ਕੁਟੁੰਬ। ਤੇ ਉੱਥੇ ਕੁਟੁੰਬ ਦੇ ਸਮੇਤ ਗੱਡਿਆਂ ਤੇ ਲੱਦ ਲਓ, ਤੇ ਜੋ ਵੀ ਤੁਹਾਡੇ ਕੋਲ ਡੰਗਰ ਵੱਛਾ ਹੈ ਸਾਰਾ ਆਪਦਾ ਨਾਲ ਲੈ ਜਾਓ। ਪੁਰ ਕੋ ਛੋਰੋ ਬਿਨਾ ਬਿਲੰਬ। ਇਹ ਸੈਦਪੁਰ ਨੂੰ ਛੱਡ ਦਿਓ, ਏਮਨਾਬਾਦ ਦੇ ਵਿੱਚ ਆਪਣਾ ਕੁਛ ਨਾ ਇੱਥੇ ਰੱਖੋ, ਹੁਣ ਸਮਾਂ ਨਹੀਂ ਹੈ, ਬਿਨਾ ਬਿਲੰਬਾ ਬਿਨਾ ਦੇਰੀ ਤੋਂ ਨਿਕਲ ਜਾਓ। ਭੋਰ ਹੋਤ ਮੁਗਲਨ ਕੀ ਸੈਨਾ। ਭੋਰ ਹੋਤ ਕੱਲ ਨੂੰ ਸੁਬਾਹ ਮਹਾਰਾਜ ਕਹਿੰਦੇ 9-10 ਵਜੇ ਤੱਕ ਬਾਬਰ ਨੇ ਇੱਥੇ ਅੰਧ ਧੁੰਦ ਮਚਾ ਦੇਣੀ ਹੈ। ਇਹ ਆਥਣ ਦੇ ਵੇਲੇ ਮਹਾਰਾਜ ਜੀ ਨੇ ਬਚਨ ਇਹਨਾਂ ਨੂੰ ਸਪਸ਼ਟ ਕੀਤੇ, ਕਹਿੰਦੇ ਕੱਲ ਨੂੰ ਭਾਈ ਇੱਥੇ ਹੱਲਾ ਹੋ ਜਾਣਾ ਹੈ। ਆਏ ਆਹਾਂ ਲੂਟੇ ਸਭ ਐਨਾ। ਤੇ ਇਸ ਤਰ੍ਹਾਂ ਨਾਲ ਆ ਕਰਕੇ ਸਾਰੇ ਘਰਾਂ ਨੂੰ ਉਹਨੇ ਮਿੱਟੀ 'ਚ ਮਿਲਾ ਦੇਣਾ ਹੈ। ਸਭ ਪਠਾਨ ਕੋ ਪਠ ਜਮ ਦੁਆਰੇ। ਤੇ ਸਾਰੇ ਪਠਾਣਾ ਨੂੰ ਜਮਾਂ ਦੇ ਦੁਆਰੇ ਅਗਲੇ ਲੋਕ ਭੇਜ ਦੇਣਾ, ਮਾਰ ਮਾਰ ਕੇ ਕੱਟ ਕੱਟ ਕੇ। ਤੀਨ ਬਾਂਧ ਕਰ ਲੇਹ ਸੰਘਾਰੇ। ਤੇ ਜਿਹੜੀਆਂ ਜਵਾਨ ਇਸਤਰੀਆਂ ਨੇ ਉਹਨਾਂ ਨੇ ਬੰਨ ਲੈਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੱਥ ਬੰਨ ਲੈਣੇ ਆ, ਪੈਰ ਬੰਨ ਲੈਣੇ ਆ ਉਹਨਾਂ ਦੇ। ਦੋਹਰਾ ਸੁਨ ਕਰ ਲਾਲੋ ਨਿਜ ਦੋ, ਸਤਿਆ ਲਖੇ ਬਚ ਬੈਨ। ਸਤਿਗੁਰਾਂ ਦੇ ਬਚਨ ਸੁਣ ਕੇ ਭਾਈ ਲਾਲੋ ਤੇ ਉਸ ਪੰਡਤ ਨੇ 7 ਜਾਣੇ ਵੀ ਇਹ ਬਚਨ ਜਿਹੜੇ ਟਲਦੇ ਨਹੀਂ ਹਨ ਹੁਣ, ਤੇ ਆਪਦਾ ਉਪਾਅ ਕਰ ਲਿਆ ਹੈ। ਦ੍ਰਿੜ ਪ੍ਰਤੀਤ ਹਿਰਦੈ ਕਰੀ, ਗਏ ਤੁਰਤ ਨਿਜ ਐਨ। ਆਪੋ ਆਪਣੇ ਘਰਾਂ ਨੂੰ ਗਏ, ਦਬਾ ਦਬ ਉਹਨਾਂ ਨੇ ਜਾ ਕੇ ਗੱਡਿਆਂ ਤੇ ਸਮਾਨ ਆਪਦਾ ਜੋ ਵੀ ਮਾੜਾ ਮੋਟਾ ਸੀ ਚੱਕਿਆ, ਸਾਰਾ ਪ੍ਰਬੰਧ ਕਰਕੇ ਨਿਕਲ ਪਏ ਐ। ਚੌਪਈ ਆਪਣੀ ਸਭ ਸੰਭਾਰ ਸੰਭਾਰੀ। ਆਪਦੀਆਂ ਸਾਰੀਆਂ ਚੀਜ਼ਾਂ ਭਾਂਡਾ ਟਿੰਡਾ ਚੱਕ ਲਿਆ ਹੈ। ਲੀਨ ਸੰਗ ਭਰਾਤਾ ਸੁਤ ਨਾਰੀ। ਆਪਦੇ ਭਰਾਵਾਂ ਨੂੰ, ਘਰ ਵਾਲੀਆਂ ਨੂੰ, ਮਾਂ-ਬਾਪ ਨੂੰ, ਤਾਇਆਂ ਚਾਚਿਆਂ ਸਾਰੇ ਨਾਲ ਲੈ ਲਏ, ਜਿਹੜੇ ਵੀ ਸਨ ਨੇੜੇ ਨੇੜੇ ਉਹਨਾਂ ਨੂੰ ਲੈ ਕੇ ਨਿਕਲ ਗਏ ਆ। ਵਹਿ ਨਗਰ ਤੇ ਨਿਕਸ ਬਹੋਰੀ। ਜਿੱਥੇ ਮਹਾਰਾਜ ਜੀ ਨੇ ਦੱਸਿਆ ਸੀ ਉੱਥੇ ਹੀ ਉਸ ਦਿਸ਼ਾ ਦੇ ਵਿੱਚ ਜਾ ਕਰਕੇ 10-12 ਕਿਲੋਮੀਟਰ ਤੇ ਪਹੁੰਚੇ ਤੇ ਸੀ ਠੌਰ ਕੋਟੋਰੀ। ਉਹ ਤਲਾ ਜਾ ਕਰਕੇ ਢੂੰਡ ਲਿਆ ਜਿੱਥੇ ਉਸ ਨਗਰ ਦਾ ਥੇ ਹੋਇਆ ਥੱਲੇ ਪਿਆ ਸੀ, ਤੇ ਕਹਿੰਦੇ ਉੱਥੇ ਵੜ ਗਏ ਹਨ। ਸ੍ਰੀ ਅੰਗਦ ਜੀ ਸੁਨੋ ਅਗਾਰੀ। ਇਸ ਤਰ੍ਹਾਂ ਨਾਲ ਕਹਿੰਦੇ ਅੱਗੇ ਸੁਣੋ ਮਹਾਰਾਜ ਸੱਚੇ ਪਾਤਸ਼ਾਹ ਜੀ, ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਜੀ ਨੂੰ ਜਿਹੜੀ ਹੁਣ ਕਥਾ ਹੈ, ਜਸ ਬੀਤੀ ਤਸ ਕਰੋ ਉਚਾਰੀ। ਜਿਵੇਂ ਬੀਤੀ ਕਹਿੰਦੇ ਜਿਵੇਂ ਹੋਈ ਉਹ ਹੁਣ ਅੱਗੇ ਦੱਸਦੇ ਆ, ਕਿਉਂਕਿ ਮਹਾਰਾਜ ਤਾਂ ਉੱਥੇ ਹੀ ਨੇ, ਹੱਲਾ ਸਵੇਰ ਨੂੰ ਹੋਣਾ, ਕਹਿੰਦੇ ਮਹਾਰਾਜ ਨੇ ਕੈਦ ਚ ਪੈਣਾ ਹੈ। ਕਹਿੰਦੇ ਹੁਣ ਅੱਗੇ ਜਿਵੇਂ ਉਹ ਤਾਂ ਚਲੇ ਗਏ, ਉਹਨਾਂ ਦਾ ਬਚਾਅ ਤਾਂ ਮਹਾਰਾਜ ਨੇ ਕਰਤਾ, ਸਮਾਨ ਚੱਕ ਕੇ ਜਾ ਕੇ ਉੱਥੇ ਲੁੱਕ ਕੇ ਨੀਵੇਂ ਥਾਂ ਬਹਿ ਗਏ, ਭਾਂਡਾ ਟਿੰਡਾ ਲੈ ਕੇ ਵੀ ਚੱਲ ਪ੍ਰਸ਼ਾਦੇ ਬਣਾ ਕੇ ਆਪਦੇ ਉੱਥੇ ਛਕਾਂਗੇ, ਜੋ ਵੀ ਕੋਲ ਹੈ ਆਪਦੇ ਕੋਲ ਖਾਵਾਂਗੇ, ਉੱਥੇ ਬਚ ਜਾਵਾਂਗੇ ਹੱਲੇ ਤੋਂ। ਮਹਾਰਾਜ ਨੇ ਬਚਾ ਦਿੱਤੇ।
ਅੱਗੇ ਜਿਵੇਂ ਇੱਧਰ ਏਮਨਾਬਾਦ ਦੇ ਵਿੱਚ ਹੁੰਦੀ ਹੈ, ਉਸ ਦਾ ਬਿਆਨ ਅੱਗੇ ਕੱਲ ਨੂੰ ਆਪਾਂ ਸਰਵਣ ਕਰਾਂਗੇ। ਸਤਿਗੁਰੂ ਸਾਹਿਬ ਜੀ ਕਿਸ ਤਰ੍ਹਾਂ ਨਾਲ ਕਿਰਪਾ ਕਰਦੇ ਆ, ਕਿਵੇਂ ਮਹਾਰਾਜ ਨੂੰ ਬੋਝੇ ਚਕਾ ਕਰਕੇ ਲੈ ਜਾਂਦੇ ਆ। ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੈ ਦੋਸ਼ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। ਇਹ ਸਾਰੇ ਸ਼ਬਦ ਮਹਾਰਾਜ ਜੀ ਨੇ ਅੱਗੇ ਉਚਾਰਨੇ ਹਨ। ਫਿਰ ਜਿਹੜਾ ਜਿਨ ਸਿਰ ਸੋਹਣ ਪੱਟੀਆਂ, ਮੰਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਆਂ, ਨਾ ਗਲ ਵਿੱਚ ਆਵੇ ਧੂੜ। ਇਹ ਸਾਰੇ ਸ਼ਬਦ ਮਹਾਰਾਜ ਜੀ ਨੇ ਉਚਾਰਨਾ। ਭਾਉ ਤੇਰਾ ਪਾਂਗ ਖਲੜੀ ਮੇਰਾ ਚੀਤ, ਮੈਂ ਦੇਵਾਨਾ ਪਿਆ ਅਤੀਤ। ਇਹ ਸ਼ਬਦ ਉਚਾਰਨਾ। ਫਿਰ ਕਹਾਂ ਸੋ ਖੇਲ ਤਵੇਲਾ ਘੋੜੇ, ਕਹਾਂ ਭੇਰੀ ਸਹਿਨਾਈ, ਕਹਾਂ ਸੋ ਤੇਗ ਬੰਦ ਗਾਡੇ ਰੜ, ਕਹਾਂ ਸੋ ਲਾਲ ਕਵਾਈ। ਇਹ ਸਾਰਾ ਸ਼ਬਦ ਮਹਾਰਾਜ ਜੀ ਨੇ ਉਚਾਰ ਕਰਕੇ ਇੱਥੇ ਹੀ ਬਾਬਰ ਨੂੰ ਫਿਰ ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ, ਕੂੜ ਕਮਾਵੇ ਆਦਮੀ ਬਾਂਧੇ ਘਰ ਬਾਰਾ। ਇਹ ਸਾਰੀ ਬਾਣੀ ਉਚਾਰ ਕੇ ਅੱਗੇ ਉਪਦੇਸ਼ ਦੇਣਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਰਵਣ ਕਰਾਂਗੇ। ਬਹੁਤ ਸਾਰੀਆਂ ਤਰੁੱਟੀਆਂ ਤੋਂ ਇੱਥੇ ਹੀ ਦਾਸ ਖਿਮਾ ਦਾ ਜਾਚਕ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਸਰਵ ਖਾਨ ਅਬ ਹੋਏ ਨਿਦਾਨਾ, ਚਲੇ ਤੁਫੰਗ ਕਟਾਰ ਕਿਰਪਾਨਾ। ਪੁਰ ਲੁਟ ਜਾਏ ਤਰਾਸ ਬੋ ਹੋਈ, ਨਹੀਂ ਸਬੂਤ ਬਚੈ ਅਬ ਕੋਈ। ਇਹ ਪ੍ਰਸੰਗ ਸਭ ਗੁਰੂ ਬਖਾਨਾ, ਸੁਨ ਤੋਹ ਤੋਇ ਕਦਿਜ ਮਤਵਾਨਾ। ਲਖਿਓ ਕੇ ਸੰਤ ਸੰਪੂਰਨ ਕੋਈ, ਉਚਰਿਓ ਸ਼ਬਦ ਗਜਬ ਕਾ ਜੋਈ। ਔਰ ਡਰ ਧਰ ਕੈ ਸਦਨ ਸਿਧਾਰਾ, ਆਨਿਓ ਬਹੁ ਪਕਵਾਨ ਆਹਾਰਾ। ਹੋਏ ਦੀਨ ਧਰ ਦੀਨ ਅਗਾਰੀ, ਹਾਥ ਜੋਰ ਕੈ ਗਿਰਾ ਉਚਾਰੀ। ਇਹੋ ਆਹਾਰ ਦੇਹੋ ਸੰਤਨ ਖੁਆਈ, ਤ੍ਰਿਪਤੈ ਸਰਬ ਸ਼ੁਦਾ ਮਿਟ ਜਾਈ। ਰਾਵਰ ਸ਼ਬਦ ਜੋ ਭਾਖਿਓ ਕਰੂਰਾ, ਲੁਟਨ ਨਗਰ ਖਾਨਨ ਹਿਤ ਦੂਰਾ। ਸੋ ਨਿਜ ਬਚਨ ਫੇਰ ਕਰ ਦੀਜੈ, महापुरख तुम करुणा कीजै। चल आयो मैं शरण तुम्हारी, अब हमरी कीजै रखवारी। श्री गुरु कहें सुनो दिज ऐसे, संत बचन है गजरद जैसे। एक बार जे वहर निकासे, पुन पृष्वै न करे प्रयासे। खानन सबको अंत होए, बचे न एह थल कोए। बख्शो तू अब जावई, मिलियो दीन मन होए। खानन सबको अंत होए, बचे न एह थल कोए। बख्शो तू अब जावई, मिलियो दीन मन होए। वाहिगुरु जी का खालसा, वाहिगुरु जी की फतेह। हे अचुत हे पार ब्रह्म अविनाशी अविनाश, हे पूर्ण हे सर्वमय दुख भंजन गुणतास। हे संगी हे निरंकार, हे निर्गुण सब टेक। हे गोबिंद हे गुण निधान, जाके सदा विवेक। हे अपरंपर हर हरे, है पी होवन हार। हे संत के सदा संग, निधारा आधार। हे ठाकुर हों दासरो, मैं निर्गुण गुण नहीं कोय। नानक दीजै नामदान, राखो हिय परोए। नानक दीजै नामदान, राखो हिय परोए। वाहिगुरु जी का खालसा, वाहिगुरु जी की फतेह।